ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਭੂਲ ਛਿਮੋ ਹਮਰੀ ਪ੍ਰਭਾਪਨ ਭੂਲਨਹਾਰ ਕਹਾਂ ਕੋ ਮੋਸੋ। हवाई बंदगी आवर दर वजूद मरा वगरना ज़ौक़े चुनी आमदैन नमूद मरा। वाहिगुरु जी का खालसा वाहिगुरु जी की फतेह। गुरु और सिख का मिलन एक प्रेम का मिलन है, पर इस प्रेम का आधार की है महाराज? सिख कुछ लभदा है, अधूरा है, उदास है, परेशान है जीवन तो, और गुरु कोलो वस्तु है जो सिख लभदा है। गुरु भी उस गुरमुख नूं लभदा है जेड़ा इस वस्तु नूं लभ रहा है। ये मैं नहीं कह रहा, बाणी विच महाराज ने आप कहा है। जदों गुरु नानक साहब नूं सिद्धां ने पुछया है किस कारण ग्रह तजियो उदासी, तां उहदा जवाब गुरु साहब ने आप दिता है, गुरमुख खोजत पाए उदासी। मैं गुरमुख नूं लभदा हां। गुरु उस अधूरेपन नूं पूर्ण करता है जिस अधूरेपन तो कई जन्मां दा सिख व्याकुल होके परेशान होके टुरदा है। एक इहो जिहा मिलन हो रहा है जिहदे विच जीवन दा शिखर, जीवन दा पिनिकल, जीवन दी कंप्लीटनेस प्रगट होंदी है महाराज। इत्थे एक सर्कल कंप्लीट हो रहा है, एक प्यास बुझ रही है, एक इनकंप्लीटनेस खत्म हो रही है। एनर्जी दा ड्रेन खत्म होके वो एनर्जी हुण प्रेम दे विच बदलती है और वो प्रेम आनंद विच प्रगट होंदा है। यह है जीवन। अज दा इंसान हौमे दे विच ग्रस्त होके पुछदा है, रब ने दुनिया क्यों बनाई? इन्ना दुख है इस दुनिया विच, यह दुनिया क्यों बनी है? रब ने इस दुख नूं क्यों बनाया है? कई बार प्रश्न सामने आंदा है। साडे चों कई लोग पुछदे हन, रब ने दुनिया क्यों बनाई? महाराज ने सानू पिछे जीवन की उत्पत्ति बारे जदों गल कीती ते यह प्रगट किया कि सहज विच दुनिया बनी है। ए भटकना, ए दुख, ए स्ट्रेस और टेंशन, ए निरंकार की उत्पत्ति नहीं है, ए हौमे की उत्पत्ति है। निरंकार ने एक हुक्म प्रगट किया है दुनिया विच, और उस हुक्म नूं मैं जान नहीं पा रहा, क्योंकि मैं हौमे विच जी रहा हाँ, हुक्म तो टुटिया हाँ। पर्दा मेरे अगे है और आजीवन मैं एक वस्तु नूं लभ रहा हाँ और मेरी अखां दे अगे पर्दा है। मैं जो देखदा हाँ गुरु वो नहीं देखदा है। गुरु कोल जो दृष्टि है वो मेरे कोल नहीं है। पिछले हफ्ते असी पिछले पदे तो अधूरे रह गए थोड़े जे। आखिरी दो लाइनां विचारांगे महाराज, पर अज एक मिलन की गल करनी है, क्योंकि अज गुरु ने सारियां गल्लां एक तरफ करके अगले पदे विच एक दृष्टि दिती है, एक दर्शन दिते हैं। वो दर्शन मेरे कोल नहीं हैं। ਇੱਥੇ ਆ ਕੇ ਹੁਣ ਸਾਰੀ ਗੱਲ
खड़ी हो जाती है कि मैं ਇਹਦੇ ਬਾਰੇ ਕੀ ਕਰਾਂਗਾ। ਹਉਮੈ ਨੇ ਬੜਾ ਸੌਖੇਲਾ ਰਸਤਾ ਕੱਢਿਆ ਹੈ, ਸੌਖਾ ਰਸਤਾ ਕੱਢਿਆ ਹੈ। ਮੈਂ ਰੋਜ਼ ਨਿਤਨੇਮ ਬਣਾ ਦਿਆਂਗਾ ਗੁਰਦੁਆਰੇ ਜਾਣ ਦਾ, ਔਰ ਮੱਥਾ ਟੇਕ ਕੇ ਜਦੋਂ ਰਾਤ ਨੂੰ ਸੋਵਾਂਗਾ ਤਾਂ ਆਪਣੇ ਮਨ ਨੂੰ ਸ਼ਾਂਤ ਕਰ ਲਵਾਂਗਾ ਕਿ ਮੈਂ ਅੱਜ ਗੁਰੂ ਦੇ ਦਵਾਰ ਤੇ ਮੱਥਾ ਟੇਕਿਆ ਹੈ। ਕਈ ਵਾਰ ਮੱਥਾ ਟੇਕਿਆ ਹੋਏਗਾ ਗੁਰੂ ਦੇ ਦਵਾਰ ਤੇ, ਪਰ ਉਹ ਇੱਕ ਵਾਰ ਜਦੋਂ ਗੁਰੂ ਦੇ ਬਣ ਕੇ ਮੱਥਾ ਟੇਕਾਂਗੇ, ਉਹੀ ਨਿਸ਼ਾਨੀ ਹੈ। ਬਾਕੀ ਸਭ ਸਾਲ, ਕਈ ਜਨਮ ਜਦ ਮੈਂ ਮੱਥਾ ਟੇਕਦਾ ਰਿਹਾ ਹਾਂ ਔਰ ਆਪਣੇ ਆਪ ਨੂੰ ਬਚਾ ਕੇ ਨਿਕਲਦਾ ਰਿਹਾ ਹਾਂ, ਉੱਥੇ ਨਿਸ਼ਾਨ ਨਹੀਂ ਹੈ, ਉੱਥੇ ਉਹਦੀ ਕਿਰਪਾ ਨਹੀਂ ਹੈ, ਕਿਉਂਕਿ ਉੱਥੇ ਮੈਂ ਇੱਕ ਚਲਾਕੀ ਕਰਦਾ ਹਾਂ। ਮੱਥਾ ਤਾਂ ਟੇਕਦਾ ਹਾਂ ਪਰ ਆਪਣੇ ਮਨ ਨੂੰ ਬਚਾ ਲੈਂਦਾ ਹਾਂ। ਮਨ ਕਰਕੇ ਗੁਰੂ ਦਾ ਨਹੀਂ ਬਣਦਾ ਹਾਂ, ਆਪਣੀ ਹਉਮੈ ਨੂੰ ਨਹੀਂ ਗੇਰ ਪਾਉਂਦਾ ਹਾਂ। ਆਪਣੇ ਜੀਵਨ ਨੂੰ ਮੈਂ ਉਸੇ ਤਰ੍ਹਾਂ ਚਾਹੁੰਦਾ ਹਾਂ ਜਿਸ ਤਰ੍ਹਾਂ ਮੈਂ ਸੋਚਦਾ ਹਾਂ ਉਹ ਹੈ, ਪਰ ਜੀਵਨ ਉਹ ਹੈ ਹੀ ਨਹੀਂ। ਇਹ ਮੇਰੀ ਮਾਇਆ ਹੈ, ਇਹ ਮੇਰਾ ਸੁਪਨਾ ਹੈ। ਜੋ ਮੇਰੀ ਇਮੈਜੀਨੇਸ਼ਨ ਵਿੱਚ ਜੀਵਨ ਦਿਖਦਾ ਹੈ ਉਹ ਜੀਵਨ ਨਹੀਂ ਹੈ। ਜੀਵਨ ਦਰਅਸਲ ਕੀ ਹੈ ਉਹ ਮੈਨੂੰ ਤਾਂ ਸਮਝ ਆਏਗਾ ਜਾਂ ਤਾਂ ਜਦੋਂ ਮੈਂ ਆਪਣੀ ਹਉਮੈ ਨੂੰ ਗੇਰਾਂਗਾ, ਨਹੀਂ ਤਾਂ ਕਦੇ ਵੀ ਸਮਝ ਨਹੀਂ ਆਏਗਾ, ਕਿਉਂਕਿ ਕਾਲ ਦੇ ਆਂਦੇ ਆਂਦੇ ਮੈਂ ਬੇਹੋਸ਼ ਹੋ ਜਾਵਾਂਗਾ। ਮੈਨੂੰ ਹੋਸ਼ ਹੀ ਨਹੀਂ ਰਹੇਗੀ ਕਿ ਜੀਵਨ ਕੀ ਹੈ, ਔਰ ਫਿਰ ਮੇਰਾ ਅਗਲਾ ਰਸਤਾ ਕਰਮਾਂ ਦਾ ਜੋ ਵੀ ਖੇਡ ਹੋਏਗੀ ਉਹ ਪ੍ਰਗਟ ਹੋ ਜਾਏਗੀ। ਮਹਾਰਾਜ ਅੱਜ ਦਾ ਪਤਾ ਇੱਕ ਇਹੋ ਜਿਹਾ ਪਤਾ ਹੈ ਜਿਹਦੇ ਨਾਲ ਮੈਂ ਆਪਣੇ ਆਪ ਨੂੰ ਬਦਲ ਸਕਦਾ ਹਾਂ, ਜਾਂ ਫਿਰ ਆਪਣੇ ਆਪ ਨੂੰ ਬਚਾ ਕੇ ਉਹੀ ਚਲਾਕੀ ਖੇਡ ਸਕਦਾ ਹਾਂ ਜਿਹੜੀ ਕਈ ਜਨਮਾਂ ਤੋਂ ਖੇਡ ਰਿਹਾ ਹਾਂ। ਆਪਣੇ ਅਧੂਰੇਪਨ ਨੂੰ, ਆਪਣੇ ਦੁੱਖ ਨੂੰ, ਆਪਣੀ ਪਰੇਸ਼ਾਨੀ ਨੂੰ, ਆਪਣੇ ਅਧੂਰੇਪਨ ਨੂੰ ਬਚਾ ਕੇ ਨਿਕਲ ਜਾਂਦਾ ਹਾਂ, ਔਰ ਜੋ ਮੇਰੀ ਪੋਟਲੀ ਵਿੱਚ ਹੈ ਮੈਂ ਉਸੇ ਦੇ ਵਿੱਚ ਆਪਣੇ ਕਰਮ ਸਮਝ ਕੇ ਚੱਲਦਾ ਜਾਂਦਾ ਹਾਂ। ਜਾਂ ਫਿਰ ਗੁਰੂ ਦੀ ਦ੍ਰਿਸ਼ਟੀ ਤੋਂ ਸਮਝ ਕੇ ਮੈਨੂੰ ਕੁਝ ਉਦਾਸੀ ਹੋਣੀ ਚਾਹੀਦੀ ਹੈ ਆਪਣੇ ਜੀਵਨ ਬਾਰੇ। ਗੁਰੂ ਦੀ ਦ੍ਰਿਸ਼ਟੀ ਮੇਰੇ ਕੋਲ ਕਿਉਂ ਨਹੀਂ ਹੈ? ਕੀ ਕਾਰਨ ਹੈ ਕਿ ਮੈਨੂੰ ਗੁਰੂ ਦੀ ਕਿਰਪਾ ਨਹੀਂ ਹੈ? ਕੀ ਕਾਰਨ ਹੈ ਕਿ ਮੈਂ ਉਸ ਆਨੰਦ ਨੂੰ ਮਹਿਸੂਸ ਨਹੀਂ ਕਰ ਪਾਉਂਦਾ ਜਿਹੜਾ ਗੁਰੂ ਨੇ, ਨਿਰੰਕਾਰ ਨੇ ਜੀਵਨ ਵਿੱਚ ਪ੍ਰਗਟ ਕੀਤਾ ਹੈ? ਮਹਾਰਾਜ, ਆਓ ਅੱਜ ਦੋਨੋਂ ਪਦੇ ਪੜ੍ਹੀਏ। ਰਹਾਉ ਦੀ ਤੁਕ ਨਾਲ ਪੜਾਂਗੇ। ਹਜ਼ੂਰ ਦੇਖਣਾ ਗੁਰੂ ਦੀ ਦ੍ਰਿਸ਼ਟੀ ਔਰ ਮੇਰੀ ਅਲੱਗ ਹੈ, ਔਰ ਇਸ ਦ੍ਰਿਸ਼ਟੀ ਨੂੰ ਜਾਣਨਾ ਹੈ ਕਿ ਕਿਉਂ ਅਲੱਗ ਹੈ, ਔਰ ਇਹ ਜਾਣਨਾ ਹੈ ਕਿ ਇਹਦਾ ਰਸਤਾ ਕੀ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨ। ਹਜ਼ੂਰ ਮਹਾਰਾਜ ਹਾਜ਼ਰ ਹਨ ਹਰ ਸਥਾਨ ਤੇ, ਹਰ ਸਮੇਂ ਦੇ ਵਿੱਚ ਪ੍ਰਗਟ ਹਨ। ਜਿਵੇਂ ਪਾਣੀ ਦੇ ਵਿੱਚ ਲੂਣ ਘੋਲ ਦਿੰਦੇ ਹਾਂ, ਦਿਖਦਾ ਨਹੀਂ ਹੈ ਲੂਣ ਕਿੱਥੇ ਗਿਆ। ਜਿਵੇਂ ਪਾਣੀ ਦੇ ਵਿੱਚ ਸ਼ੱਕਰ ਘੋਲ ਦਿੰਦੇ ਹਾਂ, ਚੀਨੀ ਘੋਲ ਦਿੰਦੇ ਹਾਂ, ਦਿਖਦੀ ਨਹੀਂ ਹੈ ਚੀਨੀ ਕਿੱਥੇ ਗਈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਸ ਸਾਰੇ ਸ੍ਰਿਸ਼ਟੀ ਵਿੱਚ ਹਰ ਕਣ ਵਿੱਚ ਹਾਜ਼ਰ ਹਨ। ਮਹਾਰਾਜ ਮੈਨੂੰ ਨਹੀਂ ਦਿਖਦੇ ਹਨ, ਔਰ ਇਹੀ ਪੁਕਾਰ ਮੇਰੇ ਮਨ ਚੋਂ ਅਗਰ ਉੱਠੇ, ਦਰਸ਼ਨ ਦੀਜੇ ਖੋਲ ਕੇ ਬਾੜ, ਦਰ ਮਾਂਦੇ ਠਾਂਡੇ ਦਰਬਾਰ। ਮਹਾਰਾਜ ਮੇਰੇ ਦਰਵਾਜ਼ੇ ਨੂੰ ਖੋਲ ਦਿਓ, ਜਿਹਦੇ ਨਾਲ ਮੈਨੂੰ ਦਰਸ਼ਨ ਹੋ ਜਾਣ ਜੀਵਨ ਕੀ ਹੈ,
मेरा मन अर्पण हो जाए आप दी किरपा नाल, चरना नाल जुड़ जाए महाराज। नानक भगतां सदा विगास, सुनिए दुख पाप का नाश। धन धन गुरु ग्रंथ साहब जी महाराज। आओ महाराज दोनों पदियां दा विचार, आखिरी दो लाइनां पहले पदे दी फिर अज दा पदा विचारदे हां हजूर। वाहिगुरु जी। सुन पांडे क्या लिखो जंजाला, लिख राम नाम गुरमुख गोपाला। रहाओ ज्ञान गवाया, दूजा पाया, गर्भ गले पिक खाया। गुर रस गीत बाद नहीं पावै सुनिए, गैर गंभीर गवाया। गुर सच केहा अमृत लेहा, मन तन साच सुखाया। आपे गुरमुख आपे देवै, आपे अमृत पियाया। आपे गुरमुख आपे देवै, आपे अमृत पियाया। वाहिगुरु जी। वाहिगुरु जी। सुन पांडे क्या लिखो जंजाला, लिख राम नाम गुरमुख गोपाला। रहाओ एको एक कह सब कोई, होमै गर्भ व्यापै। अंतर बाहर एक पछाणै, यों घर महल सिंजापै। प्रभ नेड़ै हर दूर न जानो, एको सृष्ट सभाई। एक अंकार अवर नहीं दूजा, नानक एक समाई। प्रभ नेड़ै हर दूर न जानो, एको सृष्ट सभाई। एक अंकार अवर नहीं दूजा, नानक एक समाई। वाहिगुरु जी। धन्यवाद भाई साहब। ਅਸੀਂ ਜੀਵਨ ਨੂੰ ਬੜਾ ਕੰਪਲਿਕੇਟ ਕਰ ਲਿਆ ਹੈ, ਔਰ ਜਿਹੜਾ ਇੱਕ ਸਥਾਨ ਸਾਨੂੰ ਚਾਬੀ ਦੀ ਤਰ੍ਹਾਂ ਹੋਣਾ ਚਾਹੀਦਾ ਸੀ, ਅਸੀਂ ਉਸ ਨੂੰ ਵੀ ਕਰਪਟ ਕਰ ਲਿਆ। ਜਿਹੜਾ ਇਸ ਕੰਪਲਿਕੇਸ਼ਨ ਨੂੰ ਸੋਲਵ ਕਰ ਸਕਦਾ ਸੀ, ਧਰਮ ਦਾ ਸਥਾਨ, ਉੱਥੇ ਵੀ ਅਸੀਂ ਵੰਡਾਂ ਪਾ ਦਿੱਤੀਆਂ, ਕਿਉਂਕਿ ਸਾਡੇ ਸਾਰਿਆਂ ਦਾ ਮਨ ਵੰਡਿਆ ਹੈ। ਜਿਵੇਂ ਅਸੀਂ ਆਪਣੀ ਜਾਇਦਾਦਾਂ ਵੰਡਦੇ ਹਾਂ, ਇਵੇਂ ਅਸੀਂ ਹਿੰਦੂ ਮੁਸਲਮਾਨ ਸਿੱਖ ਈਸਾਈ ਬਣਾ ਕਰ ਪੂਰੀ ਸ੍ਰਿਸ਼ਟੀ ਨੂੰ ਵੰਡ ਦਿੱਤਾ ਆਪਸ ਵਿੱਚ। ਔਰ ਇਸ ਵੰਡ ਦੇ ਉੱਤੇ ਫਿਰ ਪੋਲੀਟੀਸ਼ੀਅਨ ਆ ਕੇ ਬੈਠ ਗਿਆ। ਉਸ ਨੂੰ ਇਹਦੇ ਵਿੱਚ ਵੋਟ ਦਿਖੀ, ਪਾਵਰ ਦਿਖੀ, ਉਸ ਨੂੰ ਹੋਰ ਇਸ ਧਰਮ ਦੇ ਸਟਰਕਚਰ ਨੂੰ ਹੋਰ ਜ਼ਿਆਦਾ ਪੀੜਿਤ ਕਰ ਦਿੱਤਾ, ਪ੍ਰੈਸ਼ਰਾਈਜ਼ ਕਰ ਦਿੱਤਾ। ਜੋ ਇੱਕ ਮਨ ਸੀ ਮੇਰਾ, ਉਹ ਅਧੂਰਾ ਹੈ ਪਹਿਲੇ ਹੀ, ਉਹ ਹੋਰ ਅਧੂਰਾ ਹੋ ਗਿਆ। ਹੁਣ ਅਗਰ ਕੋਈ ਸੱਚ ਦੀ ਗੱਲ ਵੀ ਕਰਦਾ ਹੈ ਤਾਂ ਦੂਸਰਾ ਇਸ ਤਰ੍ਹਾਂ ਦੇਖਦਾ ਹੈ ਕਿ ਇਹ ਕਿਹੜੇ ਧਰਮ ਦਾ ਹੈ, ਜਦ ਕਿ ਸੱਚ ਇੱਕੋ ਹੀ ਹੈ, ਦੋ ਨਹੀਂ ਹਨ। ਆਨੰਦ ਇੱਕੋ ਹੀ ਹੈ, ਕੋਈ ਅਲੱਗ ਨਹੀਂ ਹੈ। ਜਿਸ ਨੇ ਵੀ ਦੁਨੀਆ ਵਿੱਚ ਸੱਚ ਨੂੰ ਜਾਣਿਆ ਹੈ, ਜਿਸ ਵੀ ਧਰਮ ਤੋਂ ਜਾਣਿਆ ਹੈ, ਉਸ ਸੱਚ ਦਾ ਫਲੇਵਰ ਇੱਕੋ ਹੀ ਹੈ, ਅਲੱਗ ਨਹੀਂ ਹੈ। ਤਾਂ ਹੀ ਗੁਰੂ ਸਾਹਿਬ ਨੇ ਜਦੋਂ ਬਾਣੀ ਲਿਖੀ ਹੈ, ਬਾਣੀ ਦਰਜ ਕੀਤੀ ਹੈ, ਤਾਂ ਬਾਣੀ ਦੇ ਵਿੱਚ ਇਹ ਨਹੀਂ ਲਿਖਿਆ ਕਿ ਮੇਰਾ ਸਿੱਖ ਹੀ ਸਿਰਫ ਇਹਨੂੰ ਜਾਣਦਾ ਹੈ। ਗੁਰੂ ਨੇ ਇਹ ਲਿਖਿਆ ਹੈ, ਜਿਸ ਨੇ ਅਮਲ ਕੀਤਾ ਉਹ ਜਾਣੇਗਾ। ਜਿਸ ਨੇ ਸ਼ਬਦ ਨੂੰ ਵਿਚਾਰਿਆ, ਜਾਣਿਆ, ਕਮਾਇਆ, ਉਹ ਜਾਣੇਗਾ। ਔਰ ਉਹ ਦੁਨੀਆ ਵਿੱਚ ਰਸਤਾ ਇੱਕੋ ਹੀ ਹੈ, ਦੋ ਨਹੀਂ ਹਨ। ਮੈਂ ਇੱਕ ਗੱਲ ਕਰ ਰਿਹਾ ਹਾਂ ਕਿ ਸੱਚ ਦੀ ਕਮਾਈ ਮੰਨਿਆ ਜਾਏ ਕਿ ਸੌਖੀ ਨਹੀਂ ਹੈ, ਪਰ ਵੀ ਕੰਪਲਿਕੇਟਡ ਫਰਦਰ
by making the structure more divided. प्रेम यूनाइट करता है, हेट्रेड डिवाइड करती है। अज दुनिया हेट्रेड, ईर्खा, द्वेष ਇਹਦੇ ਵਿੱਚ ਡਿਵਾਈਡਡ ਹੈ। ऐसे करके लड़ाइयां ਹਨ, आपसी सुलझान नहीं है। रॉकेट चला के ਅਸੀਂ ਜ਼ਿਆਦਾ ਖੁਸ਼ ਹਾਂ, ਆਪਸ ਵਿੱਚ ਬਹਿ ਕੇ ਮੁਸੀਬਤ ਨੂੰ ਸੋਲਵ ਨਹੀਂ ਕਰ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਦੋਸ਼ ਦਿੰਦੇ ਹਾਂ ਕਿ ਨਿਰੰਕਾਰ ਨੇ ਦੁਨੀਆ ਵਿੱਚ ਦੁੱਖ ਬਣਾਇਆ ਹੈ। ਇਹ ਵਿਚਾਰਨ ਵਾਲੀ ਗੱਲ ਹੈ। ਇੱਕ ਨਿਰੰਕਾਰ ਨੇ ਆਨੰਦ ਪ੍ਰਗਟ ਕੀਤਾ ਹੈ ਦੁਨੀਆ ਵਿੱਚ। ਆਨੰਦ ਉਹਦਾ ਹੁਕਮ ਹੈ। ਉਸ ਆਨੰਦ ਦੀ ਕਮਾਈ ਲਈ ਇਹ ਜੀਵਨ ਬਖਸ਼ਿਆ ਗਿਆ ਹੈ। ਔਰ ਇਸ ਜੀਵਨ ਵਿੱਚ ਅਗਰ ਮੈਂ ਉਸ ਆਨੰਦ ਦੀ ਕਮਾਈ ਨਹੀਂ ਕਰਦਾ ਹਾਂ, ਹੋਰ ਚੀਜ਼ਾਂ ਵਿੱਚ ਮਨ ਉਲਝਾ ਲੈਂਦਾ ਹਾਂ, ਜਾਂ ਕਿਸੇ ਵੀ ਕਾਰਨ ਵਰਸ਼ ਉਸ ਕਮਾਈ ਦੇ ਰਸਤੇ ਵਿੱਚ ਨਹੀਂ ਚੱਲਦਾ ਹਾਂ, ਭਾਵੇਂ ਉਹ ਧਰਮ ਹੀ ਕਿਉਂ ਨਾ ਹੋਏ, ਮੈਂ ਆਪਣੇ ਆਪ ਨੂੰ ਸਿੱਖ ਕਹਿ ਕੇ ਰਾਤ ਨੂੰ ਸੋ ਸਕਦਾ ਹਾਂ ਕਿ ਮੈਂ ਸਿੱਖ ਹਾਂ, ਮੈਨੂੰ ਗੁਰੂ ਮੇਰਾ ਗੁਰੂ ਹੈ, ਇਸ ਕਰਕੇ ਮੈਨੂੰ ਚਿੰਤਾ ਨਹੀਂ ਕਰਨੀ ਹੈ। ਪਰ ਇਹ ਗੱਲ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਨਹੀਂ ਹੈ। ਗੁਰੂ ਕਹਿੰਦਾ ਹੈ ਕਿ ਜਿਹਦੇ ਕੋਲ ਨਾਮ ਨਹੀਂ ਹੈ, ਉਹ ਇਹਨਾਂ ਸਿੰਬਲਸ ਦੇ ਵਿੱਚ ਨਹੀਂ ਛਿਪ ਸਕਦਾ, ਉਹਦਾ ਕੋਈ ਲਾਭ ਨਹੀਂ ਹੈ। ਗੁਰੂ ਕਹਿੰਦਾ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਤਾਂ ਅਸੀਂ ਜੀਵਨ ਵਿੱਚ ਅਗਰ ਉਹਦਾ ਨਾਮ ਨਹੀਂ ਲਿਆ, ਨਿਰੰਕਾਰ ਦੇ ਪ੍ਰੇਮ ਵਿੱਚ ਮਨ ਨੂੰ ਨਹੀਂ ਰੰਗਿਆ, ਨਿਰੰਕਾਰ ਦੇ ਦਰਸ਼ਨ ਵਿੱਚ ਆਪਣੇ ਆਪ ਨੂੰ ਅਰਪਣ ਨਹੀਂ ਕੀਤਾ, ਤਾਂ ਅਸੀਂ ਭਾਵੇਂ ਕਿਸੇ ਵੀ ਧਰਮ ਦੇ ਹੋਈਏ ਅਧੂਰੇ ਹੀ ਜਾਵਾਂਗੇ ਔਰ ਹਾਰ ਕੇ ਜਾਵਾਂਗੇ। ਜਿੱਤਣ ਦਾ ਰਸਤਾ ਪ੍ਰੇਮ ਦਾ ਹੈ ਮਹਾਰਾਜ। ਇਸ ਕਰਕੇ ਜਿਹੜੇ ਲੋਕ ਇਸ ਦੁਨੀਆ ਵਿੱਚ ਪ੍ਰੇਮ ਕਰਕੇ ਜੀ ਰਹੇ ਹਨ, ਕੰਪੈਸ਼ਨ ਉਹਨਾਂ ਦੀ ਲਾਈਫ ਦਾ ਫਲੇਵਰ ਹੈ, ਉਹ ਭਾਵੇਂ ਕਿਸੇ ਵੀ ਧਰਮ ਦੇ ਹੋਣ, ਉਹ ਨਿਰੰਕਾਰ ਗੋਡ ਰੱਬ ਦੇ ਵੱਲ ਟੁਰ ਰਹੇ ਹਨ। ਸਾਨੂੰ ਤੁਹਾਨੂੰ ਦਿਖੇ ਕਿ ਨਾ ਦਿਖੇ। आओ महाराज, दो पंक्तियां ਜਿਹੜੀਆਂ ਪਿਛਲੀ ਚੌਥੇ ਪਦ ਦੇ ਵਿੱਚ ਸੀਗੀਆਂ, ਓਂਕਾਰੇਸ਼ਵਰ ਦੀ ਬਾਣੀ ਦੀ ਵਿਚਾਰ ਚੱਲਦੀ ਹੈ, ਜਿੱਥੇ ਪੰਡਤ ਕਰਦਾ ਤੇ ਗੱਲ ਓਂਕਾਰ ਦੀ ਹੈ, ਨਿਰੰਕਾਰ ਦੀ ਹੈ, ਕ੍ਰੀਏਟਰ ਦੀ ਹੈ, ਪਰ ਅੰਦਰ ਉਸਨੇ ਸ਼ਿਵ ਦੀ ਮੂਰਤੀ ਬਣਾ ਕੇ ਸ਼ਿਵ ਨੂੰ ਪੂਜਣਾ ਹੈ। ਮਨ ਦੇ ਵਿੱਚ ਉਹ ਨਹੀਂ ਜਾ ਰਿਹਾ, ਉਹ ਬਾਹਰ ਦੇ ਸਿੰਬਲਸ ਵਿੱਚ ਅਟਕਿਆ ਹੋਇਆ ਹੈ। ਗੁਰੂ ਮਹਾਰਾਜ ਨੇ ਗੱਲ ਕਹੀ, ਗੁਰ ਸੱਚ ਕਹੀਏ ਅੰਮ੍ਰਿਤ ਲਈਏ। ਜੀਵਨ ਦਾ ਫਲੇਵਰ ਅੰਮ੍ਰਿਤ ਹੈ। ਗੁਰੂ ਦੇ 3 ਦਰਸ਼ਨ ਹਨ। ਪਹਿਲਾ ਦਰਸ਼ਨ ਨਿਰੰਕਾਰ, ਜਿਸ ਨੂੰ ਗੋਡ ਕਹਿੰਦੇ ਹਾਂ, ਜੋ ਹਰ ਜਗ੍ਹਾ ਪ੍ਰੈਜ਼ੈਂਟ ਹੈ, ਜੋ ਇਸ ਸ੍ਰਿਸ਼ਟੀ ਦੇ ਕਣਕੇ ਕਣਕੇ ਵਿੱਚ ਵਿਆਪਕ ਹੈ। ਇੱਕ ਦਰਸ਼ਨ ਗੁਰੂ ਦੇ ਉਹ ਹਨ। ਦੂਸਰੇ ਦਰਸ਼ਨ ਗੁਰੂ ਦੇ ਗੁਰੂ ਗ੍ਰੰਥ ਸਾਹਿਬ ਹਨ, ਜਾਂ ਅਗਰ ਕਿਸੇ ਦਾ ਫਿਜ਼ੀਕਲ ਗੁਰੂ ਹੈ। ਔਰ ਤੀਸਰਾ ਦਰਸ਼ਨ ਉਸ ਮਾਰਗ ਦੇ ਵਿੱਚ ਪੈਂਦੇ ਹੋਏ ਖਾਲਸੇ ਦਾ ਹੈ। ਕਿਸੇ ਵੀ ਸਿਸਟਮ ਵਿੱਚ ਜਾਵਾਂਗੇ, ਇਹ 3 ਪ੍ਰਗਟ ਹੋਣਗੇ, ਤ੍ਰਿਕੁਟੀ, ਇਹ 3 ਦੇ ਦਰਸ਼ਨ ਰਹਿਣਗੇ। ਇਹ ਟ੍ਰਿਨਿਟੀ ਦੇ ਦਰਸ਼ਨ ਰਹਿੰਦੇ ਹਨ। ਕ੍ਰਿਸਚੈਨਿਟੀ ਵਿੱਚ ਵੀ ਗੋਡ ਫਾਦਰ, ਸਨ, ਹੋਲੀ ਗੋਸਟ, ਇਹ 3 ਦੇ ਦਰਸ਼ਨ ਕਰਦੇ ਹਨ।
ਬ੍ਰਹਮ ਵਿਸ਼ਨੂੰ ਸ਼ਿਵ ਹਿੰਦੂਇਜ਼ਮ ਵਿੱਚ ਹਨ। ਇਹ ਤਿੰਨ ਦੇ ਦਰਸ਼ਨ ਹਰ ਜਗ੍ਹਾ ਆਉਣਗੇ, ਕਿਉਂਕਿ ਜੀਵਨ ਤਿੰਨ ਤੋਂ ਬਣਦਾ ਹੈ। ਇੱਕ ਨਿਰੰਕਾਰ ਹੈ, ਦੂਸਰੇ ਵਿੱਚ ਦ્વੈਤ ਹੈ, ਤੀਸਰੇ ਵਿੱਚ ਤਿੰਨ ਦੇ ਦਰਸ਼ਨ ਹਨ। ਕਿਵੇਂ ਹਨ? ਮੈਂ ਬੋਲ ਰਿਹਾ ਹਾਂ, ਆਪ ਸੁਣ ਰਹੇ ਹੋ, ਔਰ ਤੀਸਰਾ ਸੁਣਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਤਿੰਨ ਹਨ। ਇਹ ਹੁਣ ਸ੍ਰਿਸ਼ਟੀ ਪ੍ਰਗਟ ਹੋ ਗਈ ਹੈ। ਮੈਂ ਕੁਝ ਚੀਜ਼ ਨੂੰ ਦੇਖ ਰਿਹਾ ਹਾਂ, ਜਿਸ ਨੂੰ ਦੇਖਦਾ ਹਾਂ ਮੈਂ ਦੇਖ ਰਿਹਾ, ਇਹ ਦੋ ਹਨ। ਦੇਖਣ ਦੀ ਪ੍ਰਕਿਰਿਆ ਚੱਲ ਰਹੀ ਹੈ, ਤਿੰਨ ਹਨ। ਇਸ ਤਰ੍ਹਾਂ ਕਰਕੇ ਤਿੰਨ ਜਿਹੜਾ ਹੈ ਉਹਦੇ ਨਾਲ ਦੁਨੀਆ ਬਣਦੀ ਹੈ। ਅਗਰ ਦੋ ਹੋਣ ਦੁਨੀਆ ਵਿੱਚ ਔਰ ਉਹਦੇ 'ਚ ਇੰਟਰੈਕਸ਼ਨ ਨਾ ਹੋਏ ਤਾਂ ਦ્વੈਤ ਵਿੱਚ ਰਹਿ ਜਾਏਗਾ। ਪਰ ਜਦੋਂ ਇੰਟਰੈਕਸ਼ਨ ਆਉਂਦਾ ਹੈ ਤਾਂ ਲਾਈਫ ਕਮਸ ਅਲਾਈਵ। ਸੋ ਤੀਜੇ ਕਰਕੇ ਦੁਨੀਆ ਚੱਲਦੀ ਹੈ। ਮਹਾਰਾਜ ਕਹਿੰਦੇ ਨੇ, ਗੁਰ ਸੱਚ ਕਹੀਏ ਅੰਮ੍ਰਿਤ ਲਈਏ। ਇੱਕ ਸਮੁੰਦਰ ਹੈ ਮਹਾਰਾਜ, ਉਹਦੇ ਵਿੱਚ ਅੰਮ੍ਰਿਤ ਭਰਿਆ ਹੈ। ਅੰਮ੍ਰਿਤ ਤੋਂ ਭਾਵ ਕੀ ਹੈ? ਇੱਕ ਮਿੱਠਾ ਜਲ ਜਿਹੜਾ ਮੈਨੂੰ ਐਲੀਵੇਟ ਕਰਦਾ ਹੈ, ਮੌਤ ਤੋਂ ਪਰੇ ਲੈ ਜਾਂਦਾ ਹੈ, ਅਮਰ ਕਰ ਦਿੰਦਾ ਹੈ, ਜਿਹੜਾ ਮੈਨੂੰ ਆਨੰਦ ਨਾਲ ਭਰ ਦਿੰਦਾ ਹੈ, ਜਿਹੜਾ ਮੈਨੂੰ ਉਹ ਸੁੱਖ ਦਿੰਦਾ ਹੈ ਜਿਹੜਾ ਮੈਂ ਲੱਭਦਾ ਹਾਂ। ਮੇਰੇ ਕੋਰ ਦੇ ਵਿੱਚ ਇੱਕ ਡਿਮਾਂਡ ਹੈ ਕਿ ਮੈਨੂੰ ਸੁੱਖ ਚਾਹੀਦਾ ਹੈ। ਆਈ ਵਾਂਟ ਹੈਪੀਨੈਸ ਐਂਡ ਆਈ ਵਾਂਟ ਇਟ ਫॉर एवर। ਦਿਸ ਇਜ਼ ਮਾਈ ਕੋਰ ਨੀਡ। ਔਰ ਐਸੇ ਨੂੰ ਲੱਭਦੇ ਹੋਏ ਮੈਂ ਦੁਨੀਆ ਵਿੱਚ ਵਿਚਰਦਾ ਹਾਂ। ਕੁਛ ਵੀ ਮੈਂ ਕਰਦਾ ਹਾਂ, ਚੋਰ ਚੋਰੀ ਕਰਦਾ ਹੈ, ਇਹ ਸੋਚ ਕੇ ਕਰਦਾ ਹੈ ਮੈਨੂੰ ਸੁੱਖ ਮਿਲੇਗਾ, ਜਾਂ ਮੈਂ ਦੁੱਖ ਨੂੰ ਅਵੋਇਡ ਕਰਾਂ। ਉਹ ਇਹ ਸੋਚਦਾ ਹੈ ਕਿ ਮੈਨੂੰ ਇਹ ਸੁੱਖ ਸਦਾ ਲਈ ਮਿਲੇਗਾ। ਇਹ ਹੈ ਭ੍ਰਮ। ਦਿਸ ਇਜ਼ ਦ ਮਾਇਆ। ਇਹ ਅਜ਼ੰਪਸ਼ਨ ਹੈ, ਧੋਖਾ ਹੈ, ਜਿਹਦੇ ਵਿੱਚ ਮੈਂ ਜੀ ਰਿਹਾ ਹਾਂ। ਮੈਂ ਆਪਣੇ ਆਪ ਨੂੰ ਕਨਵਿੰਸ ਕਰਨਾ ਚਾਹੁੰਦਾ ਹਾਂ ਰੋਜ਼ ਕਿ ਅੱਜ ਨਹੀਂ ਮਿਲਿਆ, ਕੱਲ ਮਿਲੇਗਾ। ਕੱਲ ਫਿਰ ਮੈਂ ਨਿਕਲਦਾ ਹਾਂ ਸੁੱਖ ਨੂੰ ਲੱਭਣ। ਕੱਲ ਫਿਰ ਮੈਂ ਆਪਣੇ ਆਪ ਨੂੰ ਦੱਸਦਾ ਹਾਂ ਕਿ ਮੈਨੂੰ ਸੁੱਖ ਮਿਲੇਗਾ ਔਰ ਸਦਾ ਲਈ ਮਿਲੇਗਾ। ਔਰ ਰੋਜ਼ ਮੈਂ ਨਿਰਾਸ਼ ਹੋ ਕੇ ਘਰ ਆ ਜਾਂਦਾ ਹਾਂ। ਫਿਰ ਮੈਂ ਆਪਣੇ ਆਪ ਨੂੰ ਕਨਵਿੰਸ ਕਰਦਾ ਹਾਂ ਕਿ ਕੱਲ ਫਿਰ ਮਿਲੇਗਾ। ਇਹ ਦੌੜ ਮੇਰੇ ਸਾਰੇ ਜੀਵਨ ਚੱਲਦੀ ਹੈ। ਮਹਾਰਾਜ ਕਹਿੰਦੇ ਨੇ, ਇੱਕ ਅੰਮ੍ਰਿਤ ਹੈ ਦੁਨੀਆ ਵਿੱਚ, ਮੇਰੇ ਅੰਤਰ ਬਾਹਰ, ਬਾਹਰ ਭੀਤਰ ਸਰਵ ਵਿਆਪਕ ਇੱਕ ਅੰਮ੍ਰਿਤ ਵਸਦਾ ਹੈ। ਉਹ ਗੁਰੂ ਦੇ ਮਿਲਣ ਨਾਲ ਮਿਲਦਾ ਹੈ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਮੈਂ ਇੱਕ ਵਸਤੂ ਨੂੰ ਲੈਣ ਆਇਆ ਹਾਂ ਦੁਨੀਆ ਵਿੱਚ। ਦੈਟਸ ਵਾਈ ਆਈ ਹੈਵ ਟੇਕਨ ਬਰਥ। ਆਈ ਹੈਵ ਅ ਨੀਡ, ਇਨਕੰਪਲੀਟਨੈਸ ਮੇਰੀ ਨੀਡ ਹੈ। ਪੇਨ ਔਰ ਦੁੱਖ ਨੂੰ ਮੈਂ ਅਵੋਇਡ ਕਰਨਾ ਚਾਹੁੰਦਾ ਹਾਂ। ਔਰ ਉਸ ਨੀਡ ਤੋਂ ਜਦੋਂ ਮੈਂ ਦੁਨੀਆ ਵਿੱਚ ਵਿਚਰਦਾ ਹਾਂ ਤਾਂ ਉਸ ਅੰਮ੍ਰਿਤ ਨੂੰ ਭਾਲਦਾ ਹਾਂ ਰੋਜ਼। ਪਰ ਉਹ ਅੰਮ੍ਰਿਤ ਮੇਰੇ ਅੰਦਰ ਵਸਦਾ ਹੈ ਮਹਾਰਾਜ। ਉਸ ਅੰਮ੍ਰਿਤ ਦਾ ਦਰਵਾਜ਼ਾ ਬੰਦ ਹੈ। ਕਿਉਂ? ਕਿ ਮੇਰੇ ਕੋਲ ਹਉਮੈ ਔਰ ਈਗੋ ਮੈਨੂੰ ਇਨਸੂਲੇਟ ਕਰਦੀ ਹੈ ਉਸ ਅੰਮ੍ਰਿਤ ਤੋਂ। ਜਿਹੜਾ ਹਰ ਜਗ੍ਹਾ ਅੰਮ੍ਰਿਤ ਵਿਆਪਕ ਹੈ, ਉਹ ਮੈਨੂੰ ਕਿਉਂ ਨਹੀਂ ਦਿਖਦਾ ਹੈ, ਮੈਨੂੰ ਮਹਿਸੂਸ ਕਿਉਂ ਨਹੀਂ ਹੁੰਦਾ? ਕਿਉਂਕਿ ਮੈਂ ਇੱਕ ਹਉਮੈ ਕਰਕੇ ਜੀ ਰਿਹਾ ਹਾਂ। ਮੇਰਾ ਬਰਥ ਹਉਮੈ ਵਿੱਚ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ। ਮੇਰੀ ਕ੍ਰੀਏਸ਼ਨ ਹੀ ਈਗੋ ਕਰਕੇ ਹੈ, ਔਰ ਉਸ ਈਗੋ ਕਰਕੇ ਹੈ ਜਿਹੜੀ ਮੈਨੂੰ ਡਿਵਾਈਡ ਕਰਦੀ ਹੈ, ਮੈਨੂੰ ਤੋੜ ਦਿੰਦੀ ਹੈ ਬਾਕੀ ਸ੍ਰਿਸ਼ਟੀ ਦੀ ਕ੍ਰੀਏਸ਼ਨ ਤੋਂ, ਤਾਂ ਮੈਨੂੰ ਇਨਕੰਪਲੀਟ ਕਰ ਦਿੰਦੀ ਹੈ। ਬਾਕੀ ਸ੍ਰਿਸ਼ਟੀ ਵਿੱਚ ਇਸ ਤਰ੍ਹਾਂ ਨਹੀਂ ਹੈ। ਇੱਕ ਪੇੜ ਨੂੰ ਪਤਾ ਹੈ ਉਹ ਪੇੜ ਹੋਣਾ ਕੀ ਹੈ, ਔਰ ਉਹ ਪੇੜ ਹੀ ਜੀ ਰਿਹਾ ਹੈ। ਉਹ ਕੰਪਲੀਟ ਹੈ, ਅਧੂਰਾ ਨਹੀਂ ਹੈ। ਪਰ ਉਹ ਉਸ ਨੂੰ ਰਿਅਲਾਈਜ਼ ਨਹੀਂ ਕਰ ਪਾਉਂਦਾ। ਇਹ ਡਿਫਰੈਂਸ ਹੈ। ਇਨਸਾਨ ਦੇ ਕੋਲ ਉਹ ਇੱਕ ਵਿਧੀ ਹੈ ਕਿ ਉਸ ਨੂੰ ਰਿਅਲਾਈਜ਼ ਕਰ ਸਕਦਾ ਹੈ। ਪਰ ਅਸੀਂ ਹਉਮੈ ਕਰਕੇ ਔਰ ਹਉਮੈ ਦੇ ਵਿੱਚ ਰਹਿ ਕੇ ਉਹਨੂੰ ਰਿਅਲਾਈਜ਼ ਨਹੀਂ ਕਰ ਪਾਉਂਦੇ, ਜਾਣ ਨਹੀਂ ਪਾਉਂਦੇ
कि सृष्टि है की, जीवन है की, निरंकार की है, मैं की हां। महाराज का एक बड़ा प्यारा बचन है। महाराज कहते हैं, जिस जल निध कारण तुम आए, जिस जल निध कारण तुम जग आए, सो ਅੰਮ੍ਰਿਤ ਗੁਰ ਪਾਹੀ ਜੀਓ। ਜਿਸ ਅੰਮ੍ਰਿਤ ਨੂੰ ਲੱਭਣ ਤੁਸੀਂ ਆਏ ਹੋ ਮਹਾਰਾਜ, ਮੈਂ ਆਇਆ ਹਾਂ, ਆਪ ਆਏ ਹੋ, ਉਹ ਗੁਰੂ ਦੇ ਕੋਲ ਉਹਦੀ ਚਾਬੀ ਹੈ। ਇਹ ਹਉਮੈ ਦੇ ਰਸਤੇ ਨੂੰ ਖੋਲ੍ਹਣ ਵਾਸਤੇ, ਹਉਮੈ ਨੂੰ ਗੇਰਨ ਵਾਸਤੇ ਗੁਰੂ ਦੀ ਲੋੜ ਪੈਂਦੀ ਹੈ। ਇਹ ਮੈਂ ਨਹੀਂ ਕਰ ਪਾਵਾਂਗਾ, ਗੁਰੂ ਕਰੇਗਾ। ਤਾਂ ਉਹਦੇ ਵਿੱਚ ਇੱਕ ਸ਼ਬਦ ਮਹਾਰਾਜ ਕਹਿੰਦੇ ਹਨ ਜਿਹੜਾ ਬੜਾ ਪਿਆਰਾ ਹੈ, ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜਿਓ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜਿਓ, ਮਨ ਰੇ ਥਿਰ ਰਹੋ। ਜੀਵਨ ਵਿੱਚ ਇਹ ਸਮਝਣਾ ਬਹੁਤ ਜ਼ਰੂਰੀ ਹੈ, ਮੇਰਾ ਮਨ ਕਦੇ ਵੀ ਥਿਰ ਨਹੀਂ ਹੈ। ਮੈਂ ਸੋ ਰਿਹਾ ਹਾਂ ਤਾਂ ਵੀ ਮੇਰਾ ਮਨ ਚੱਲਦਾ ਹੈ। ਮੇਰਾ ਮਨ ਦੌੜਦਾ ਹੀ ਰਹਿੰਦਾ ਹੈ। ਕਿਵੇਂ ਦੌੜਦਾ ਹੈ ਮਹਾਰਾਜ? ਵਿਚਾਰਾਂ ਵਿੱਚ ਦੌੜਦਾ ਹੈ ਹਜ਼ੂਰ। ਲਗਾਤਾਰ ਮੇਰੇ ਮਨ ਦੇ ਵਿੱਚ ਥਾਟਸ ਚੱਲ ਰਹੀਆਂ ਹਨ, ਕਦੇ ਵੀ ਥਿਰ ਨਹੀਂ ਹੈ। ਜਿਵੇਂ ਇੱਕ ਪਾਣੀ ਦੇ ਬਹਾਵ, ਇੱਕ ਨਦੀ ਦੇ ਵਿੱਚ ਮੈਂ ਬਹਿੰਦਾ ਜਾ ਰਿਹਾ ਹਾਂ ਔਰ ਉਸ ਬਹਾਵ ਵਿੱਚ ਇਤਨੀ ਤੇਜ਼ੀ ਹੈ ਕਿ ਮੈਂ ਰੁਕ ਕੇ ਦੇਖ ਨਹੀਂ ਪਾਉਂਦਾ ਮੈਂ ਕਿੱਥੋਂ ਨਿਕਲ ਰਿਹਾ ਹਾਂ, ਕਿੱਧਰ ਜਾ ਰਿਹਾ ਹਾਂ, ਕਿੱਧਰੋਂ ਆਇਆ ਹਾਂ, ਕੀ ਕਰ ਰਿਹਾ ਹਾਂ, ਕਿਉਂ ਕਰ ਰਿਹਾ ਹਾਂ। ਕੁਛ ਵੀ ਮੇਰੇ ਹੱਥ ਵਿੱਚ ਨਹੀਂ ਰਹਿ ਜਾਂਦਾ। ਮਾਈ ਥਾਟਸ ਹੈਵ ਕ੍ਰੀਏਟਿਡ, ਡਿਵਾਈਡਡ, ਡਿਫਾਈਨਡ ਐਂਡ ਅਸ਼ੋਰਡ ਮਾਈ ਡਾਇਰੈਕਸ਼ਨ। ਮੈਂ ਕਿੱਧਰ ਜਾਣਾ ਹੈ ਉਹ ਮੇਰੀ ਥਾਟਸ ਨੂੰ ਮੈਨੂੰ ਕੰਟਰੋਲ ਕਰ ਲਿਆ। ਮੇਰੇ ਕੋਲ ਉਹਦੇ 'ਚ ਕੋਈ ਕੰਟਰੋਲ ਨਹੀਂ ਹੈ। ਕਿਉਂਕਿ ਜਿਵੇਂ ਉਸ ਦਿਨ ਮਨਦੀਪ ਨੇ ਪੁੱਛਿਆ ਸੀ ਕਿ ਕਈ ਵਾਰ ਬੜੀ ਅਜੀਬ ਥਾਟ ਆ ਜਾਂਦੀ ਹੈ ਔਰ ਉਹ ਤੋੜ ਦਿੰਦੀ ਹੈ ਮੈਨੂੰ, ਇਵੇਂ ਹਰ ਥਾਟ ਨੂੰ ਮੈਂ ਪਕੜ ਕੇ ਬਹਿ ਜਾਂਦਾ ਹਾਂ ਕਿ ਮੇਰੀ ਥਾਟ ਹੈ। ਮਨ ਫਿਰ ਉਹਦੇ ਵਿੱਚ ਵਿਆਕੁਲ ਹੋ ਜਾਂਦਾ ਹੈ, ਪਰੇਸ਼ਾਨ ਹੋ ਜਾਂਦਾ ਹੈ। ਲਗਾਤਾਰ ਮੇਰੇ ਮਨ ਵਿੱਚ ਥਾਟਸ ਚੱਲ ਰਹੀਆਂ ਹਨ ਔਰ ਜਦ ਇਹ ਲਗਾਤਾਰ ਥਾਟਸ ਚੱਲਣਗੀਆਂ ਤਾਂ ਸ਼ਬਦ ਨਾਲ ਵੀ ਮੇਰਾ ਵਾਸਾ ਨਹੀਂ ਹੋ ਪਾਉਂਦਾ। ਇਸ ਕਰਕੇ ਗੁਰੂ ਨੇ ਇੱਕ ਵਿਧੀ ਬਖਸ਼ੀ, ਇੱਕ ਮੈਥਡ ਬਖਸ਼ਿਆ ਕਿ ਤੂੰ ਪ੍ਰੇਮ ਵਿੱਚ ਗਾ, ਪ੍ਰੇਮ ਦਾ ਪੱਲਾ ਪਕੜ ਲੈ। ਜਿਵੇਂ ਭਗਤ ਕਬੀਰ ਕਹਿ ਰਹੇ ਹਨ, ਚੱਲ ਰੇ ਬੈਕੁੰਠ ਤੁਝੇ ਲੈ ਤਾਰੋ, ਜੇ ਹਿਚ ਹੈ ਤਾਂ ਪ੍ਰੇਮ ਕੇ ਚਾਬੁਕ ਮਾਰੋ। ਜੇ ਹਿਚ ਹੈ, ਜੇ ਅੜੇਗਾ, ਜੇ ਮਨ ਅੜੀ ਕਰੇਗਾ ਤਾਂ ਮੈਂ ਪ੍ਰੇਮ ਦਾ ਚਾਬੁਕ ਮਾਰਾਂਗਾ। ਇੱਕ ਘੋੜੇ ਤੇ ਸਵਾਰ ਹੋਣ ਵਾਲੀ ਗੱਲ ਕਰਦੇ ਹੈ। ਦੇ ਮੁਹਾਰ ਲਗਾਮ ਪਹਿਰਾਵੋ, ਸਗਲ ਤਜੀਨ ਗਗਨ ਦੌਰਾਵੋ। ਸਗਲ ਤਜੀਨ ਤੋਂ ਭਾਵ ਕੀ ਹੈ ਮਹਾਰਾਜ? ਇਹਦਾ ਭਾਵ ਹੈ ਥਾਟਸ ਤੋਂ ਵੀ ਪਰੇ ਚਲੇ ਜਾਣਾ। ਇੱਕ ਮਨ ਦੀ ਅਵਸਥਾ ਹੈ ਜਿਹੜੀ ਥਾਟਲੈਸਨੈਸ ਵਿੱਚ ਸ਼ੁਰੂ ਹੁੰਦੀ ਹੈ ਮਹਾਰਾਜ। ਔਰ ਅਗਰ ਸਮੇਂ ਦੇ ਕੁਝ ਦਿਨ ਦੇ ਕੁਝ ਹੀ ਘੜੀ ਮੈਂ ਇਸ ਥਾਟਲੈਸਨੈਸ ਵਿੱਚ ਵਿਚਰ ਸਕਦਾ ਹਾਂ ਤਾਂ ਮਨ ਵਿੱਚ ਇੱਕ ਤਾਂ ਸ਼ਾਂਤੀ ਆਏਗੀ, ਦੂਜਾ ਆਨੰਦ ਵੱਲ ਮੂੰਹ ਜਾਏਗਾ, ਦਰਵਾਜ਼ਾ ਆਨੰਦ ਵੱਲ ਜਾਏਗਾ, ਮੇਰੀ ਡਾਇਰੈਕਸ਼ਨ ਆਨੰਦ ਵੱਲ ਜਾਏਗੀ, ਮੇਰਾ ਜੀਵਨ ਆਨੰਦ ਵੱਲ ਫਲੋ ਕਰੇਗਾ। ਇਹ ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਇਤਨੇ ਦਰਸ਼ਨ ਦੇਖਦੇ ਹਾਂ, ਪਾਣੀ ਪੱਖਾ ਪੀਸੋਂ ਸੰਤ ਆ ਗਏ। ਮਹਾਰਾਜ ਕਹਿੰਦੇ ਨੇ ਕਿਤੇ ਉਹਦੇ ਚਰਨਾਂ ਦੀ ਧੂੜ ਮਿਲ ਜਾਏ ਜਿਹੜਾ ਕਮਾਈ ਕਰਦਾ ਹੈ। ਕਿਉਂ ਹੈ ਗੱਲ? ਕਿਉਂਕਿ ਇਹ ਜਿਹੜਾ ਮਨ ਨੂੰ ਖੜਾ ਕਰਨ ਦੀ ਵਿਧੀ ਹੈ, ਇਹ ਉਸ ਦੇ ਨੇੜੇ ਰਹਿ ਕੇ ਸੌਖੀ ਹੋ ਸਕਦੀ ਹੈ ਜਿਹਦਾ ਮਨ ਖੜਾ ਹੈ, ਜਿਹਦਾ ਮਨ ਸਟੇਬਲ ਹੈ, ਜਿਹਦਾ ਮਨ ਸ਼ਾਂਤ ਹੈ। ਉਹਦੇ ਨਾਲ ਬੈਠਣ ਨਾਲ ਮੇਰਾ ਮਨ ਵੀ ਸ਼ਾਂਤ ਹੁੰਦਾ ਹੈ ਮਹਾਰਾਜ। ਇਹੀ ਸੰਗਤ ਹੈ। ਤਾਂ ਗੁਰੂ ਨੇ ਸੰਗਤ ਦੀ ਗੱਲ ਕੀਤੀ ਹੈ। ਬੁੱਧਿਜ਼ਮ ਵਿੱਚ ਸੰਗਤ ਦਾ ਬਹੁਤ ਉੱਤਮ ਪੋਸਟ ਹੈ। ਧਮਾ ਪਦਾ ਵਿੱਚ ਅਗਰ ਉਹ 3-4 ਚੀਜ਼ਾਂ ਅੱਗੇ ਵਰਤੀਆਂ ਹਨ, ਉਹਦੇ 'ਚ ਸੰਗਤ ਇੱਕ ਬੜਾ ਅਹਿਮ, ਬੁੱਧਮ ਸ਼ਰਨਮ ਗੱਛਾਮੀ,
ਉਹਦੇ ਵਿੱਚ ਸੰਗ ਸ਼ਰਨਮ ਗੱਛਾਮੀ ਇੱਕ ਲਾਈਨ ਹੈ ਕਿ ਸੰਗ ਦੀ ਸ਼ਰਨ ਵਿੱਚ ਜਾ, ਸੰਗਤ ਦੀ ਸ਼ਰਨ ਵਿੱਚ ਜਾ। ਅਗਰ ਘਾਟ ਹੈ ਮੇਰੇ ਜੀਵਨ ਵਿੱਚ, ਅਗਰ ਅਧੂਰਾਪਨ ਹੈ ਮੇਰੇ ਜੀਵਨ ਵਿੱਚ, ਅਗਰ ਵਿਆਕੁਲਪਨ ਹੈ ਮੇਰੇ ਜੀਵਨ ਵਿੱਚ, ਅਗਰ ਪਰੇਸ਼ਾਨੀ ਹੈ ਮੇਰੇ ਜੀਵਨ ਦੇ ਵਿੱਚ, ਤਾਂ ਉਹ ਸੰਗਤ ਨਾ ਹੋਣ ਕਰਕੇ ਹੈ। ਅਗਰ ਮੈਨੂੰ ਸੰਗਤ ਮਿਲ ਜਾਏ ਤਾਂ ਮਨ ਬਹੁਤ ਸ਼ਾਂਤ ਹੋ ਜਾਂਦਾ ਹੈ। ਪਰ ਮੈਂ ਚਲਾਕ ਬੜਾ ਹਾਂ, ਮੈਂ ਪੂਰੀ ਤਰ੍ਹਾਂ ਸੰਗਤ ਵੀ ਨਹੀਂ ਕਰਦਾ ਹਾਂ, ਕਿਉਂਕਿ ਮੈਂ ਆਪਣੇ ਮਨ ਨੂੰ, ਆਪਣੀ ਈਗੋ ਨੂੰ, ਹਉਮੈ ਨੂੰ ਬਚਾ ਕੇ ਨਿਕਲਣਾ ਹੈ। ਇਸ ਕਰਕੇ ਮੈਂ ਗੁਰਦੁਆਰੇ ਨੂੰ ਜਾਣਾ ਵੀ ਇੱਕ ਰੂਟੀਨ ਬਣਾ ਦਿੰਦਾ ਹਾਂ। ਮਨ ਨੂੰ ਉਹਦੇ ਵਿੱਚ ਨਹੀਂ ਉਲਝਾਉਂਦਾ, ਮਨ ਨੂੰ ਉਹਦੇ ਵਿੱਚ ਸਬਮਿਟ ਨਹੀਂ ਕਰਦਾ, ਮਨ ਨੂੰ ਅਰਪਣ ਨਹੀਂ ਕਰਦਾ, ਮਨ ਨੂੰ ਨਹੀਂ ਜੋੜਦਾ ਸ਼ਬਦ ਨਾਲ। ਗੁਰਦੁਆਰੇ ਨੂੰ ਮੈਂ ਬਿਲਡਿੰਗ ਸਮਝ ਲਿਆ ਹੈ। ਗੁਰਦੁਆਰੇ ਦੇ ਦਰਸ਼ਨ ਮਨ ਵਿੱਚ ਹਨ, ਔਰ ਜਿਸ ਦਿਨ ਪ੍ਰੇਮ ਨਾਲ ਗੁਰਦੁਆਰੇ ਮੈਂ ਜਾਵਾਂਗਾ ਤਾਂ ਮੇਰਾ ਮਨ ਬਦਲ ਜਾਏਗਾ। ਔਰ ਅਗਰ ਮਨ ਬਦਲੀ ਨਹੀਂ ਹੋਏਗਾ, ਗੁਰੂ ਨਾਨਕ ਕਹਿੰਦਾ ਹੈ ਫਿਰ ਕੋਈ ਭਗਤੀ ਨਹੀਂ ਹੋ ਰਹੀ ਹੈ, ਇਹ ਧੋਖਾ ਹੋ ਰਿਹਾ ਹੈ। ਕਿਸ ਨਾਲ ਹੋ ਰਿਹਾ ਮਹਾਰਾਜ? ਆਪਣੇ ਆਪ ਨਾਲ ਹੋ ਰਿਹਾ ਹੈ। ਇਹ ਮੈਂ ਆਪਣੇ ਜੀਵਨ ਨੂੰ ਆਪ ਖਰਾਬ ਕਰ ਰਿਹਾ, ਆਪ ਬੇਅਰਥ ਕਰ ਰਿਹਾ, ਆਪ ਬਿਖੇਰ ਰਿਹਾ ਹਾਂ, ਖਰਾਬ ਕਰ ਰਿਹਾ, ਵਰਤ ਰਿਹਾ, ਮਿਸਯੂਜ਼ ਕਰ ਰਿਹਾ, ਚਲਾਕੀ ਵਿੱਚ, ਹਉਮੈ ਨੂੰ ਬਚਾਉਣ ਲਈ। ਤਾਂ ਗੁਰੂ ਕਹਿੰਦਾ ਹੈ ਮਹਾਰਾਜ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਤੇ ਪਾਈ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਐ ਫਲ ਨਾਹੀ ਜੀਓ। ਮਨ ਰੇ ਥਿਰ ਰਹਿ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀਓ। ਗੁਰੂ ਇੱਕ ਗੱਲ ਕਹਿ ਰਿਹਾ ਹੈ ਕਿ ਬਾਹਰ ਢੂੰਡਣ ਜਾਏਗਾ, ਦੁੱਖ ਪਾਏਗਾ, ਦੁੱਖ ਪਾ ਰਿਹਾ ਹੈ, ਪਾਉਂਦਾ ਹੀ ਰਹੇਗਾ। ਇਹ ਗੱਲ ਜਾਂ ਤਾਂ ਮੈਨੂੰ ਸਮਝ ਨਹੀਂ ਆਉਂਦੀ, ਜਾਂ ਮੈਂ ਗੁਰੂ ਨੂੰ ਗੁਰੂ ਨਹੀਂ ਮੰਨਦਾ। ਤੀਸਰੀ ਗੱਲ ਨਹੀਂ ਹੋ ਸਕਦੀ ਕੁਛ। ਜਾਂ ਮੈਂ ਮੰਨਦਾ ਹਾਂ ਗੁਰੂ ਗਲਤ ਬੋਲਦਾ ਹੈ, ਮੇਰਾ ਗੁਰੂ ਜਾਂ ਗੁਰੂ ਸੱਚ ਬੋਲਦਾ ਹੈ ਤੇ ਮੈਂ ਸੁਣਦਾ ਹੀ ਨਹੀਂ ਹਾਂ ਉਸ ਨੂੰ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਜਦੋਂ ਟਰਾਂਸਫਰਮੇਸ਼ਨ ਦੀ ਗੱਲ ਕੀਤੀ ਹੈ ਮਨ ਦੀ, ਤਾਂ ਉਹ ਸੁਣਨ ਤੋਂ ਕੀਤੀ ਹੈ। ਮੇਰਾ ਜੀਵਨ ਤਾਂ ਬਦਲੇਗਾ ਜਦ ਮੈਂ ਸੁਣਾਂਗਾ ਪੂਰੀ ਤਰ੍ਹਾਂ। ਕੰਪਲੀਟ ਲਿਸਨਿੰਗ ਵਿੱਚ ਕੰਪਲੀਟ ਟਰਾਂਸਫਰਮੇਸ਼ਨ ਹੁੰਦੀ ਹੈ, ਕਿਉਂਕਿ ਸਬਕੌਨਸ਼ੀਅਸ ਵਿੱਚ ਉਹ ਗੱਲ ਬੈਠਦੀ ਹੈ। ਫਿਰ ਮਹਾਰਾਜ, ਫਿਰ ਇੱਕ ਚੇਂਜ ਮੇਰੇ ਸਬਕੌਨਸ਼ੀਅਸ ਵਿੱਚ ਆਉਂਦਾ ਹੈ, ਜਿਵੇਂ ਇੱਕ ਚੇਨ ਰਿਐਕਸ਼ਨ ਸ਼ੁਰੂ ਹੋਣਾ ਹੈ। ਮਹਾਰਾਜ, ਦੁੱਖ ਤੋਂ ਵਿਛੋੜਾ ਲੈਣਾ ਹੈ, ਸੁੱਖ ਵਿੱਚ ਜਾਣਾ ਹੈ। ਇਹਦੇ ਵਿੱਚ ਕੀ ਮੁਸ਼ਕਿਲ ਹੈ ਸਮਝਣਾ? ਮੁਸ਼ਕਿਲ ਸਿਰਫ ਇਹ ਹੈ ਕਿ ਮੈਨੂੰ ਉਸ ਸੁੱਖ ਦਾ ਭਰੋਸਾ ਨਹੀਂ ਹੈ, ਔਰ ਦੁੱਖ ਨੂੰ ਮੈਂ ਆਪਣੀ ਹਉਮੈ ਨਾਲ ਜੋੜਿਆ ਬੈਠਾ ਹਾਂ ਕਿ ਮੈਂ ਦੁੱਖ ਵੀ ਛੱਡ ਦਿੱਤਾ ਤਾਂ ਮੇਰੇ ਕੋਲ ਮੈਂ ਵੀ ਨਹੀਂ ਰਹਿਣਾ, ਔਰ ਮੈਂ ਤਾਂ ਮੇਰੇ ਲਈ ਜ਼ਰੂਰੀ ਹੈ, ਮੈਂ ਦੇ ਬਿਨਾਂ ਮੇਰੀ ਹੋਂਦ ਹੀ ਨਹੀਂ ਹੈ। ਇਸ ਕਰਕੇ ਮੈਂ ਦੁੱਖ ਨੂੰ ਛੱਡਦਾ ਨਹੀਂ ਹਾਂ। ਤਾਂ ਬਾਰ-ਬਾਰ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਤੂੰ ਅੰਮ੍ਰਿਤ ਨੂੰ ਛੱਡ ਕੇ ਬਿਖ ਕਿਉਂ ਖਾ ਰਿਹਾ ਹੈ? ਕਿਉਂ ਖਾਂਦਾ ਹੈ ਮਹਾਰਾਜ? ਮੈਂ ਕਿਉਂ ਖਾ ਰਿਹਾ? ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਿਲ ਜਾਣ। ਕਿਉਂ ਮਿਲਣ? ਕਿਉਂਕਿ ਜਿਸ ਦਿਨ ਮੇਰਾ ਮਨ ਗਿਰੇਗਾ, ਇੱਕ ਆਨੰਦ ਦਾ ਸੋਮਾ ਗੁਰੂ ਨੇ ਮਿਲਣ ਨਾਲ ਖੁੱਲੇਗਾ। ਦੁਨੀਆ ਵਿੱਚ ਕਿਤਨੀ ਹੀ ਕੋਰਸਿਸ ਚੱਲਦੇ ਪਏ ਹਨ ਅੱਜ, ਕਿਤਨੇ ਹੀ ਲੋਕ ਲੈਕਚਰ ਦੇ ਰਹੇ ਹਨ, ਕੀ ਖਾਓ, ਕੀ ਪਾਓ, ਕਿਸ ਤਰ੍ਹਾਂ ਸੋ, ਕਿਸ ਤਰ੍ਹਾਂ ਉਠੋ। ਮਹਾਰਾਜ, ਇਹ ਦੇਖਣ ਵਾਲੀ ਗੱਲ ਹੈ ਕਿ ਇਹ ਰਸਤਾ ਖੋਲਣ ਦੀ ਵਿਧੀ ਕਿਹਦੇ ਕੋਲ ਹੈ, ਜਿਹਦੇ ਨਾਲ ਮੇਰੀ ਸਦਾ ਆਨੰਦ ਦੀ ਘੜੀ ਮੈਨੂੰ ਮਿਲ ਸਕਦੀ ਹੈ। ਤਾਂ ਗੁਰੂ ਕਹਿੰਦਾ ਪੂਰੇ ਸੁਣਨ ਨਾਲ ਮਨ ਟਰਾਂਸਫਾਰਮ ਹੁੰਦਾ ਹੈ।
सुनिए मनिए मन कीता पाओ। पहले सुनेगा फिर वो मनन बन जाएगा, फिर वो प्रेम के रूप में प्रगट हो जाएगा। अंतरगत तीरथ मल नाओ, तेरे मन दे विच तीरथ बन जाएगा। महाराज कहते हैं फिर किधरे बाहर जाके तीरथ नहीं लभेगा, फिर किधरे बाहर आनंद नूं लभण की लोड़ नहीं पेगी। फिर अपने जीवन का एक्सपीरियंस नूं कंप्लीट करन वास्ते किधरे बाहर दे दरवाजे नहीं खटकाने पैणगे, किसी इंसान दे अगे नहीं झुकना पेगा। बस अंतर का ध्यान खुलेगा तो अमृत बरसेगा। महाराज गुरु फिर कहता है, बाहर ढूंढत बहुत दुख पाया पावे, कर अमृत घट माही जियो। अवगुण छोट गुणा को तावे, कर अवगुण पछताए जियो। सर अफसर की सार न जाने, फिर कीच बढ़ाई जियो। अंतर मैल लोभ बहु झूठे, बाहर नामो काहे जियो। महाराज फिर अखीर विच कहते हैं, ज्यों पावे त्यों राखो हर जियो। जन नानक शब्द सलाही जियो। ਇਹ मेरे जीवन में शब्द का रोल है। महाराज मैं अपने आप को सिख कह सकदा, पर सिख दा अगर कोई दर्शन है तो वो शब्द दे विच ही है, बिना शब्द दे नहीं है। मैनू यह अपने आप नाल विचारना है कि मैं शब्द नाल कितना जुड़ गया हाँ, मेरा मन कितना थिर है। मन रे थिर रहो, मत कत जाही जियो। मेरा मन कितना थिर है महाराज, और अगर थिर नहीं है तो उहदे बारे में की करना है। एक और क्वेश्चन है मेरी लाइफ का महाराज, अगर इसनों मैं नहीं उलझदा इहदे नाल तो जीवन निकल जाएगा, कुछ नहीं पता लगेगा जीवन की है। अपने आप को मैं सिख कहा सकांगा, सिख बनांगा नहीं। गुरु ने बार बार धर्म बारे यही गल कीती है कि जो अमल करेगा धर्म उसनू जानेगा। अपने आप को हिंदू मुसलमान सिख ईसाई जो भी कहा लईए, मन दे विच ट्रांसफॉर्मेशन, मन की स्थिरता, मन की स्टेबिलिटी, मन का आनंद नहीं खुलिया तो कुछ भी नहीं है। यह सिर्फ अपने आप नाल धोखा है। महाराज कितने प्यारे शब्द दे रस्ते सानू समझाते हैं। अज की जिहड़ी हुण पंक्ति है इहदे विच महाराज दसदे हैं, प्रभ नेड़े, सॉरी ये जिहड़ा पिछली पदे दी लाइन देखदा महाराज, गुर सच कहिए अमृत लईए। गुरु नूं अगर मैं सच जानदा हाँ तो अमृत लै सकदा हाँ। गुरु नूं सच नहीं जान रहा तो मेरे जीवन विच बिख है, अमृत नहीं है, जहर है। ना तो मैं गॉड नूं जानदा हाँ, गॉड कहंदा हाँ, गल्लां करदा हाँ गॉड बारे, पर गॉड नूं जानदा नहीं हाँ। गॉड है कित्थे, गॉड नूं एक्सपीरियंस नहीं कीता है, निरंकार नूं जाणिया नहीं है, केवल गल्लां करदा हाँ बस। और वो गल्लां दूसरे लिए नहीं हैं, अपने आप नाल धोखा है। उहदा नवा नुकसान मेरे कोल ही है। मन तन साच सुखाई, एक इन्वायरमेंट है मेरे मन का महाराज, मैं उहदे विच सुखी हाँ। चाहे वह बिकदा अमृत है, बिकदा इन्वायरमेंट है, मैं उसनूं छड्डना नहीं चाहुंदा हाँ। पर जब मैं गुरु नूं मिलांगा तो मेरे मन विच सच दा फ्लेवर दा एक्सपीरियंस आएगा, उहदी लाइकिंग आएगी, उस सच नूं मैं जाणांगा, आइडेंटिटी नाल अपनी जान लवांगा। आई विल रिलेट मोर टू आनंद दैन टू पेन एंड सौरो। अज मेरी आइडेंटिटी पेन और सौरो दे नाल ज्यादा है महाराज।
ਤਾਂ ਮਹਾਰਾਜ ਕਹਿੰਦੇ ਮਨ ਤਨ ਸਾਚ ਸੁਖਾਇਆ। ਸਾਚ ਨੂੰ ਮੈਂ ਫਿਰ ਆਪਣਾ ਹਿੱਸਾ ਬਣਾ ਲਾਂਗਾ ਜੀਵਨ ਦਾ। ਮੇਰੇ ਮਨ ਦੀ ਆਈਡੈਂਟਿਟੀ ਸੱਚ ਬਣ ਜਾਏਗੀ। ਉਸ ਸੱਚ ਦਾ ਐਕਸਪੀਰੀਅੰਸ ਜਿਹੜਾ ਨਿਰੰਕਾਰ ਦਾ ਐਕਸਪੀਰੀਅੰਸ ਹੈ। ਆਪੇ ਗੁਰਮੁਖ ਆਪੇ ਦੇਵੈ, ਆਪੇ ਅੰਮ੍ਰਿਤ ਪਿਆਇਆ। ਗੁਰੂ ਕਹਿੰਦੇ ਹਨ ਕਿ ਇਹ ਐਕਸਪੀਰੀਅੰਸ ਉਹ ਆਪ ਦਿੰਦਾ ਹੈ। ਕੌਣ ਦਿੰਦਾ? ਮਹਾਰਾਜ, ਜਿਹੜਾ ਇਸ ਸ੍ਰਿਸ਼ਟੀ ਦਾ ਕ੍ਰੀਏਟਰ ਹੈ। ਔਰ ਅਗਲੇ ਪਦੇ ਵਿੱਚ ਇੱਕ ਬਹੁਤ ਵੱਡੀ ਚੋਟ ਗੁਰੂ ਨਾਨਕ ਮਾਰਨ ਲੱਗੇ ਹਨ, ਜਿਹਦੇ ਨਾਲ ਜਾਂ ਤਾਂ ਮੇਰਾ ਮਨ ਗਿਰੇਗਾ ਜਾਂ ਮੈਂ ਭੱਜ ਜਾਵਾਂਗਾ ਗੁਰੂ ਦੀ ਗੱਲ ਸੁਣਨ ਵਾਸਤੇ, ਇੰਪਲੀਮੈਂਟ ਨਹੀਂ ਹੋਣ ਦਿਆਂਗਾ ਆਪਣੇ ਅੰਦਰ। ਹੋਰ ਕੋਈ ਰਿਐਲਿਟੀ ਨਹੀਂ ਹੈ। ਉਹ ਰਿਐਲਿਟੀ ਸਾਡੇ ਸਾਹਮਣੇ ਸ਼ੀਸ਼ਾ ਲਗਾਉਣ ਲੱਗੇ ਹਨ। ਔਰ ਉਹਦੇ ਬਾਰੇ ਮੈਨੂੰ ਵਿਚਾਰਨਾ ਹੈ ਕਿ ਮੈਂ ਆਪਣਾ ਮਨ ਕਿਵੇਂ ਗੇਰਾਂ, ਹੁਣ ਕੀ ਕਰਾਂ ਇਹਦੇ ਬਾਰੇ। ਕਿਉਂਕਿ ਗੁਰੂ ਸਾਹਿਬ ਇੱਕ ਬਹੁਤ ਅਲੱਗ ਡਾਇਮੈਂਸ਼ਨ ਦੀ ਗੱਲ ਮੇਰੇ ਸਾਹਮਣੇ ਰੱਖਣ ਲੱਗੇ ਹਨ, ਜਿਹੜੇ ਮੈਨੂੰ ਦਰਸ਼ਨ ਨਹੀਂ ਹਨ, ਜਿਹਦਾ ਗਿਆਨ ਮੇਰੇ ਕੋਲ ਨਹੀਂ ਹੈ। ਔਰ ਮੈਨੂੰ ਸੋਚਣਾ ਹੈ ਕਿ ਮੈਂ ਇਹਦੇ ਬਾਰੇ ਕਰਨਾ ਕੀ ਹੈ। ਮਹਾਰਾਜ ਕਹਿੰਦੇ ਨੇ ਆਪੇ ਅੰਮ੍ਰਿਤ ਆਪੇ ਪਿਆਇਆ। ਉਹ ਆਪ ਅੰਮ੍ਰਿਤ ਹੈ, ਉਹ ਨਿਰੰਕਾਰ ਹੀ ਹੈ ਦੁਨੀਆ ਵਿੱਚ, ਹੋਰ ਦੂਸਰਾ ਕੋਈ ਨਹੀਂ। ਮੈਂ ਤੁਸੀਂ ਹੋਰ ਇਹ ਸਭ ਟੈਂਪਰਰੀ ਟ੍ਰਾਂਜ਼ੀਐਂਟ ਚੇਂਜਸ ਆਫ ਲਾਈਫ ਹਨ। ਇਹਦੇ ਵਿੱਚ ਇਸ ਅੱਖਾਂ ਨਾਲ ਦਿਖਦਾ ਹੈ, ਪਰ ਇਹਦੀ ਰਿਐਲਿਟੀ ਕੁਝ ਹੋਰ ਹੈ। The real life is not that which is changing. The real life is that which never changes and is ever present in celebration. ਜਿਹਦੇ 'ਚ ਆਨੰਦ ਦੀ ਬਰਖਾ ਚੱਲਦੀ ਹੈ। ਨਿਰੰਤਰ ਮਨ ਵਿੱਚ ਮਾਸਾ ਹੁੰਦਾ ਹੈ। ਓਂਕਾਰ ਲਗਾਤਾਰ ਸਦਾ ਹੀ ਸੀਤੋ ਸੀਤਾ ਮਹਿਮਾ ਮਾਏ। ਉਹਦੇ ਵਿੱਚ ਸੀਤਾ ਹੋਇਆ ਹੈ ਕ੍ਰੀਏਟਰ ਆਪਣੀ ਹੀ ਕ੍ਰੀਏਸ਼ਨ ਵਿੱਚ। ਮਹਾਰਾਜ ਹੈ ਕੁਝ ਚਿਰ ਸ਼ਾਂਤ ਰਹਿਣ ਦਾ ਗੱਲ ਬਣਦੀ ਹੈ। ਮਨ ਨੂੰ ਜਿਵੇਂ ਕਿ ਕੁਝ ਚਿਰ ਖੜਾ ਕਰ ਲਈਏ, ਸ਼ਾਂਤ ਕਰ ਲਈਏ, ਵਿਚਾਰਾਂ ਤੋਂ ਰਹਿਤ ਕਰ ਲਈਏ। ਗੁਰੂ ਨਾਨਕ ਸਾਹਿਬ ਦੇ ਸ਼ਾਇਦ ਕੁਝ ਦਰਸ਼ਨ ਹੋ ਜਾਣ। ਜੀਵਨ ਦਾ ਬਹੁਤ ਵੱਡਾ ਦੋਸ਼ ਹੈ ਕਿ ਅਸੀਂ ਇਸ ਕਮਾਈ ਨੂੰ ਨਿਤ ਨਹੀਂ ਕਰ ਪਾਉਂਦੇ, ਇਸ ਰਸ ਨੂੰ ਆਪਣਾ ਹਿੱਸਾ ਨਹੀਂ ਬਣਾ ਪਾਉਂਦੇ। ਇਹ ਮੈਨੂੰ ਸਾਚ ਸੁਖਾਇਆ ਨਹੀਂ ਹੈ, ਨਹੀਂ ਤੇ ਮੈਨੂੰ ਹੋਰ ਰਸ ਵਿੱਚ ਆਨੰਦ ਨਹੀਂ ਆਏਗਾ। ਮਹਾਰਾਜ ਜਿਤਨਾ ਨਿਰੰਕਾਰ ਦੇ ਵਿੱਚ ਧਿਆਨ ਕਰਨ ਨਾਲ ਰਸ ਆਏਗਾ, ਹੋਰ ਕਿਸੇ ਵੀ ਚੀਜ਼ ਵਿੱਚ ਨਹੀਂ ਆਏਗਾ। ਅੱਜ ਅਗਰ ਦੁਨੀਆ ਨੂੰ ਪੁੱਛਿਆ ਜਾਏ ਉਹਨਾਂ ਨੂੰ ਕਿੱਥੇ ਰਸ ਮਿਲਦਾ ਹੈ, ਤਾਂ 99% ਲੋਕ ਸੈਕਸ ਨੂੰ ਕਹਿਣਗੇ ਕਿ ਇਹਦੇ ਵਿੱਚ ਰਸ ਮਿਲਦਾ ਹੈ। ਮਹਾਰਾਜ ਕਹਿੰਦੇ ਜਿਹੜਾ ਇਹ ਰਸ ਹੈ ਨਿਰੰਕਾਰ ਦਾ, ਇਹ ਉਸ ਤੋਂ ਵੀ ਕਿਤੇ ਅੱਗੇ ਹੈ। ਉਹ ਰਸ ਦਿਖੇਗਾ ਹੀ ਨਹੀਂ, ਕੁਝ ਮਹਿਸੂਸ ਨਹੀਂ ਹੋਏਗਾ। ਇਹ ਸਦਾ ਹੀ ਉਸ ਰਸ ਵਿੱਚ ਡੁੱਬ ਜਾਏਗਾ। ਜਿਹੜਾ ਆਤਮਾ ਦਾ ਰਸ ਹੈ, ਉਹ ਰਸ ਕਿੱਥੇ ਅੱਗੇ ਹੈ। ਮੈਂ ਨਹੀਂ ਜਾਣਦਾ ਉਸ ਨੂੰ, ਤਾਂ ਮੈਨੂੰ ਵਿਚਾਰਨਾ ਚਾਹੀਦਾ ਕਿ ਇਹਦੇ ਬਾਰੇ ਮੈਂ ਕੀ ਕਰਨਾ ਹੈ, ਕਿਵੇਂ ਕਰਨਾ ਹੈ, ਕੀ ਰਸਤਾ ਲੱਭਣਾ ਹੈ। ਇੱਕ ਅਰਦਾਸ, ਇੱਕ ਪੁਕਾਰ, ਇੱਕ ਹਨੇਰੇ ਵਿੱਚ ਬਹਿ ਕੇ ਵੈਰਾਗ, ਕੁਝ ਅਥਰੂ ਗੁਰੂ ਸਾਹਿਬ ਦੇ ਚਰਨਾਂ ਵਿੱਚ, ਇੱਕ ਰਿਐਲਿਟੀ ਚੇਂਜ ਲਾਈਫ ਦਾ। ਜੋ ਦੁਨੀਆ ਮੇਰੇ ਆਲੇ ਦੁਆਲੇ ਚੱਲਦੀ ਹੈ, ਇਸ ਤੋਂ ਪਰੇ ਦੀ ਦੁਨੀਆ ਨੂੰ ਰੀਅਲ ਜਾਣਨਾ ਹੈ। ਇਹ ਤਾਂ ਰੀਅਲ ਨੂੰ ਮੈਂ ਜਾਣਦਾ, ਇਹ ਹੀ ਰੀਅਲ ਹੈ, ਪਰ ਇਹ ਰੀਅਲ ਨਹੀਂ ਹੈ। ਅਗਰ ਮੈਂ ਉਸ ਨੂੰ ਜ਼ਿਆਦਾ ਰੀਅਲ ਜਾਣਾਂਗਾ ਤਾਂ ਇਹ ਸੁਪਨਾ ਦਿਖੇਗਾ। ਉਹ ਰੀਅਲ ਤਾਂ ਬਣੇਗੀ ਜਦੋਂ ਮੈਂ ਉਹਦਾ ਧਿਆਨ ਕਰਾਂਗਾ। ਅੱਜ ਦਾ ਪਤਾ ਜਿਹੜਾ
ਵੀਰ ਨੇ ਪੜ੍ਹਿਆ, ਭਾਈ ਸਾਹਿਬ ਨੇ ਪੜ੍ਹਿਆ, ਉਸ ਦੇ ਵੱਲ ਧਿਆਨ ਕਰਦੇ ਹਾਂ ਮਹਾਰਾਜ, ਕਿਉਂਕਿ ਅੱਜ ਜਿਹੜਾ ਪਤਾ ਹੈ ਇਹ ਜਾਂ ਤਾਂ ਸਾਨੂੰ, ਅਗਰ ਇਸ ਨੂੰ ਪੂਰੀ ਤਰ੍ਹਾਂ ਮਨ ਵਿੱਚ ਗ੍ਰਹਿਣ ਕਰ ਲਾਂਗੇ ਤੇ ਸਾਧੂ ਬਣ ਜਾਵਾਂਗੇ। ਮਤਲਬ ਜੀਵਨ ਦੀ ਡਾਇਰੈਕਸ਼ਨ ਬਦਲੀ ਹੋ ਜਾਏਗੀ। ਮੇਰੇ ਪੈਰ ਕਿੱਥੇ ਜਾ ਰਹੇ ਸਨ, ਹੁਣ ਕਿਧਰੇ ਹੋਰ ਟੁਰ ਪੈਣਗੇ। ਔਰ ਨਹੀਂ ਇਹਨੂੰ ਸੱਚ ਜਾਣਾਂਗਾ ਤਾਂ ਉਹੀ ਗੱਲ ਹੈ ਜੋ ਪਿਛਲੇ ਪਦੇ ਵਿੱਚ ਮਹਾਰਾਜ ਨੇ ਕਹੀ ਕਿ ਮੈਂ ਗੁਰੂ ਨੂੰ ਸੱਚ ਨਹੀਂ ਜਾਣਿਆ। ਤਾਂ ਗੁਰੂ ਨੂੰ ਸੱਚ ਨਹੀਂ ਜਾਣਿਆ ਤਾਂ ਮੈਂ ਕਿਧਰੇ ਹੋਰ ਬਿਖ ਵਿੱਚ ਹੀ ਰਹਿ ਗਿਆ। ਬਾਹਰ ਢੂੰਡਤ ਬਹੁਤ ਦੁੱਖ ਪਾਇਆ। ਇਹ ਗੱਲ ਵਿਚਾਰਨੀ ਹੈ ਮੈਨੂੰ ਕਿ ਮੇਰਾ ਜੀਵਨ ਕੀ ਹੈ, ਧਰਮ ਕੀ ਹੈ, ਗਿਆਨ ਕੀ ਹੈ। ਕਿਉਂਕਿ ਇਹ ਜਦੋਂ ਪਿਛਲੇ ਪਦੇ ਵਿੱਚ ਮਹਾਰਾਜ ਨੇ ਕਿਹਾ ਗੁਰ ਰਸ ਗੀਤ ਬਾਦ ਨਹੀਂ ਭਾਵੇ ਸੁਣੀਏ, ਗੁਰੂ ਦਾ ਰਸ, ਗੁਰੂ ਦਾ ਪ੍ਰੇਮ, ਗੀਤ, ਗੁਰੂ ਦੇ ਵਿਚਾਰ, ਇਹ ਮੈਨੂੰ ਭਾਉਂਦੇ ਨਹੀਂ ਹਨ। ਇਹਦਾ ਸੁਣਨਾ ਮੈਨੂੰ ਭਾ ਨਹੀਂ ਰਿਹਾ ਹੈ, ਕਿਉਂਕਿ ਸੁਣਨ ਨਾਲ ਹੀ ਮੇਰੇ ਜੀਵਨ ਵਿੱਚ ਟਰਾਂਸਫਰਮੇਸ਼ਨ ਹੋਏਗਾ। ਮੈਂ ਉਸ ਸੁਣਨ ਨੂੰ ਰਿਜੈਕਟ ਕਰ ਦਿੰਦਾ ਹਾਂ, ਉਹ ਮੇਰੇ ਸਬਕੌਨਸ਼ੀਅਸ ਵਿੱਚ ਜਾਂਦਾ ਹੀ ਨਹੀਂ ਹੈ। ਆਪਣੀ ਹਉਮੈ ਨੂੰ ਇੰਟੈਕਟ ਰੱਖਦਾ ਹਾਂ ਤਾਂ ਕਿਸੇ ਹੱਦ ਤੱਕ ਇੱਕ ਟੈਂਪਰੇਰੀ ਪੀਸ ਵਿੱਚ ਰਾਤੀ ਸੋ ਜਾਂਦਾ ਹਾਂ ਕਿ ਅੱਜ ਮੈਂ ਗਿਆ ਸੀ ਗੁਰਦੁਆਰੇ, ਮੱਥਾ ਟੇਕਿਆ ਸੀ, ਪ੍ਰਸ਼ਾਦ ਲਿਆ ਸੀ, ਬਸ ਹੁਣ ਠੀਕ ਹੈ ਸਭ। ਤਾਂ ਇੱਕ ਬੈਲੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਮੈਂ ਹੋ ਆਇਆ ਅੱਜ। ਟੈਂਪਰੇਰੀਲੀ ਉਹ ਠੀਕ ਲੱਗਦਾ ਹੈ, ਕਿਉਂਕਿ ਅਗਰ ਇਸ ਨੂੰ ਮੈਂ ਐਕਸੈਪਟ ਨਹੀਂ ਕਰਾਂਗਾ ਕਿ ਠੀਕ ਹੈ ਸਭ, ਤਾਂ ਮਨ ਪਰੇਸ਼ਾਨ ਹੋ ਜਾਏਗਾ, ਤਾਂ ਮਨ ਵਿਆਕੁਲ ਹੋ ਜਾਏਗਾ। ਫਿਰ ਕੀ ਠੀਕ ਹੈ? ਮਹਾਰਾਜ ਕਹਿੰਦੇ ਨੇ ਗਹਿਰ ਗੰਭੀਰ ਗਵਾਇਆ। ਫਿਰ ਇਸਨੇ ਜਿਹੜੇ ਜੀਵਨ ਦੇ ਵਿੱਚ ਗਹਿਰ ਗੰਭੀਰ ਇੱਕ ਵਸਤੂ ਹੈ ਉਹਨੂੰ ਗਵਾ ਲਿਆ ਮੈਂ, ਕਿਉਂਕਿ ਮੈਂ ਗੁਰੂ ਦੇ ਬਚਨ ਨੂੰ ਸੱਚ ਤਾਂ ਜਾਣਦਾ ਹੀ ਨਹੀਂ ਹਾਂ। ਜਾਣਦਾ ਹਾਂ ਤਾਂ ਰਿਜੈਕਟ ਕਰ ਦਿੰਦਾ ਹਾਂ, ਕਿਉਂਕਿ ਮੈਂ ਹਉਮੈ ਵਿੱਚ ਜੀਣਾ ਚਾਹੁੰਦਾ ਹਾਂ। ਇਹ ਮੇਰੀ ਲਾਈਫ ਦਾ ਫਲੇਵਰ ਹੈ। ਜਿਸ ਲਾਈਫ ਵਿੱਚ ਮੈਂ ਹਉਮੈ ਨੂੰ ਪੈਰਾਮਾਊਂਟ ਰੱਖਾਂਗਾ, ਈਗੋ ਨੂੰ ਪੈਰਾਮਾਊਂਟ ਰੱਖਾਂਗਾ, ਉੱਥੇ ਗੁਰੂ ਦੀ ਕੋਈ ਵੀ ਜਗ੍ਹਾ ਨਹੀਂ ਬਣ ਸਕਦੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ, ਕਥਾ ਨੂੰ ਪੜ੍ਹੀਏ, ਕੀ ਹੋਇਆ ਕਰਤਾਰਪੁਰ ਵਿੱਚ। ਮਹਾਰਾਜ ਨੇ ਦੇਖਿਆ ਇਹਦੇ ਲੋਕ ਲੰਗਰ ਖਾਣੇ ਸ਼ੁਰੂ ਹੋ ਗਏ ਹੈ, ਤਾਂ ਉਹਨਾਂ ਨੇ 2 ਵਕਤ ਦਾ ਲੰਗਰ 1 ਵਕਤ ਕਰ ਦਿੱਤਾ। ਅੱਧੇ ਭੱਜ ਗਏ, ਫਿਰ ਉਹ 1 ਵਕਤ ਦਾ ਲੰਗਰ ਵੀ ਬੰਦ ਕਰਤਾ। ਤੇ ਲੌਜੀਕਲ ਗੱਲ ਨਹੀਂ ਹੈ, ਪਰ ਗੁਰੂ ਕੁਝ ਦੱਸਣਾ ਚਾਹੁੰਦਾ ਹੈ ਕਿ ਉਹਨਾਂ ਨੇ ਉੱਥੇ ਲੰਗਰ ਚਲਾਉਣ ਲਈ ਨਹੀਂ, ਰੋਟੀਆਂ ਖਾਣ ਲਈ ਨਹੀਂ ਲੋਕ ਬੁਲਾਏ ਹਨ। ਉਹ ਤਾਂ ਮਨ ਦੀ ਪਿਆਸ ਬੁਝਾਉਣ ਲਈ ਲੋਕ ਬੁਲਾਏ ਹਨ, ਅਧਿਆਤਮ ਦੀ ਖੋਜ ਲਈ ਲੋਕ ਬੁਲਾਏ ਹਨ। ਗੁਰੂ ਇਸ ਮਾਰਗ ਵੱਲ ਟੁਰਦਾ ਹੈ। ਮਨ ਦੀ ਟਰਾਂਸਫਰਮੇਸ਼ਨ ਵਾਸਤੇ ਗੁਰੂ ਆਇਆ ਹੈ, ਰੋਟੀਆਂ ਖਿਲਾਉਣ ਵਾਸਤੇ ਨਹੀਂ ਆਇਆ ਹੈ। ਮਹਾਰਾਜ ਕਹਿੰਦੇ ਨੇ ਕਿ ਅਸੀਂ ਗਹਿਰ ਗੰਭੀਰ ਗਵਾਇਆ। ਜਿਸ ਨੇ ਨਹੀਂ ਮੰਨਿਆ ਗੁਰੂ ਨੂੰ, ਨਹੀਂ ਜਾਣਿਆ ਗੁਰੂ ਨੂੰ, ਉਹਨੇ ਗਵਾ ਲਿਆ ਮਹਾਰਾਜ। ਅੱਗੇ ਹੁਣ ਅੱਜ ਦਾ ਜਿਹੜਾ ਪਦਾ ਹੈ, ਏਕੋ ਏਕ ਰਹੇ ਸਭ ਕੋਈ, ਹਉਮੈ ਗਰਭ ਵਿਆਪੇ। ਏਕੋ ਏਕ ਕਹੇ ਸਭ ਕੋਈ। ਇੱਥੇ ਹੁਣ ਸਾਰੀ ਗੱਲ ਆ ਜਾਂਦੀ ਹੈ। ਅਸੀਂ ਸਾਰੇ ਇੱਕ ਦੀ ਗੱਲ ਕਰਦੇ ਹਾਂ, ਨਿਰੰਕਾਰ ਦੀ ਗੱਲ ਕਰਦੇ ਹਾਂ। ਸਾਰੀ ਹੀ ਦੁਨੀਆ ਗੋਡ ਦੀ ਗੱਲ ਕਰਦੀ ਹੈ। ਪਹਿਲੇ ਤਾਂ ਅਸੀਂ ਗੋਡ ਵੀ ਅਲੱਗ-ਅਲੱਗ ਬਣਾ ਦਿੱਤੇ, ਕ੍ਰਿਸਚਨ ਗੋਡ, ਹਿੰਦੂ ਗੋਡ, ਮੁਸਲਿਮ ਗੋਡ, ਸਿੱਖ ਗੋਡ, ਇਹ ਵੀ ਅਲੱਗ-ਅਲੱਗ ਗੋਡ ਵੀ ਹੋ ਗਏ ਹਨ। ਇੱਕ ਓਮਕਾਰ ਦੀ ਗੱਲ ਤਾਂ ਰਹਿ ਨਹੀਂ ਗਈ ਹੈ। ਤੇਰਾ ਗੋਡ ਔਰ ਮੇਰਾ ਗੋਡ ਫਿਰ ਲੜ ਪੈਂਦੇ ਹੈ। ਫਿਰ ਮੈਂ ਇਹ ਅਸ਼ੋਰ ਕਰਨਾ ਚਾਹੁੰਦਾ ਆਪਣੇ ਆਪ ਨੂੰ ਕਿ ਮੇਰਾ ਗੋਡ ਸੁਪੀਰੀਅਰ ਹੈ, ਤੇਰਾ ਗੋਡ ਇਨਫੀਰੀਅਰ ਹੈ। ਇੱਥੇ ਹੀ ਧਰਮ ਦੀ ਕਮਾਈ ਖਤਮ ਹੋ ਜਾਂਦੀ ਹੈ। ਕੋਈ ਕਮਾਈ ਨਹੀਂ ਰਹਿ ਜਾਂਦੀ। ਐਸੀ ਲੜਾਈ 'ਚ ਜੀਵਨ ਚਲਾ ਜਾਂਦਾ ਹੈ।
ਇਹਦੇ ਬਿਯੋਂਡ ਦਾ ਜਿਹੜਾ ਧਰਮ ਹੈ ਉਹਨੂੰ ਜਾਣਦਾ ਹੀ ਨਹੀਂ ਹਾਂ ਕਿ ਧਰਮ ਮੈਨੂੰ ਕਹਿ ਕੀ ਰਿਹਾ ਹੈ, ਮੈਨੂੰ ਕਿਹੜੇ ਮਾਰਗ ਨੂੰ ਜਾ ਰਿਹਾ ਹੈ, ਮੈਨੂੰ ਸਿਖਾ ਕੀ ਰਿਹਾ ਹੈ, ਜੀਵਨ ਧਰਮ ਬਾਰੇ ਕਹਿ ਕੀ ਰਿਹਾ ਹੈ। ਮਹਾਰਾਜ ਇਹ ਤਾਂ ਕਮਾਈ ਨਹੀਂ ਹੈ, ਬਸ ਤੇਰਾ ਗੋਡ ਔਰ ਮੇਰਾ ਗੋਡ ਵਿੱਚ ਸਭ ਲੱਭ ਗਿਆ ਹੈ। ਤਾਂ ਮਹਾਰਾਜ ਨੇ ਜਿਹੜੀ ਇਹ ਗੱਲ ਕੀਤੀ, ਨਾ ਹਮ ਹਿੰਦੂ ਨਾ ਮੁਸਲਮਾਨ, ਆਈਡੈਂਟਿਟੀ ਧਰਮ ਦੀ ਤਾਂ ਚਲੋ ਠੀਕ ਹੈ, ਪਰ ਇਸ ਤੇ ਬਿਯੋਂਡ ਕੀ ਹੈ? ਇਸ ਆਈਡੈਂਟਿਟੀ ਦੇ ਬਿਯੋਂਡ ਮੈਂ ਮਨ ਨੂੰ ਆਪਣੇ ਚੇਂਜ ਕੀਤਾ ਹੈ ਕਿ ਨਹੀਂ, ਮਨ ਨੂੰ ਜੋੜਿਆ ਹੈ ਕਿ ਨਹੀਂ, ਮਨ ਨੂੰ ਇਕਾਗਰ ਕੀਤਾ ਹੈ ਕਿ ਨਹੀਂ, ਮਨ ਵਿੱਚ ਆਨੰਦ ਪ੍ਰਗਟ ਹੈ ਕਿ ਨਹੀਂ, ਮਨ ਨੂੰ ਜਾਣਿਆ ਹੈ ਕਿ ਨਹੀਂ, ਕੀ ਹੈ ਮਨ? ਥਾਟਸ ਦੇ ਬਿਯੋਂਡ ਦਾ ਕੋਈ ਜੀਵਨ ਦੇਖਿਆ ਹੈ ਜਿੱਥੇ ਕੋਈ ਥਾਟ ਨਹੀਂ ਹੈ? ਮਹਾਰਾਜ ਆਨੰਦ ਬਰਸਦਾ ਹੈ, ਗੁਰੂ ਕਹਿੰਦਾ ਹੈ। ਤਾਂ ਮੈਂ ਸੁਣਦਾ ਹਾਂ, ਗੱਲ ਕਰਦਾ ਹਾਂ ਆਨੰਦ ਦੀ, ਰੋਜ਼ ਪੜ੍ਹਦਾ ਹਾਂ ਅੰਮ੍ਰਿਤ, ਪਰ ਮਨ ਅੰਮ੍ਰਿਤ ਵਿੱਚ ਭਿੱਜਦਾ ਹੈ ਕਿ ਨਹੀਂ? ਮਹਾਰਾਜ ਗੱਲ ਤਾਂ ਇਹ ਹੈ। ਜਦੋਂ ਮੈਂ ਗਾ ਰਿਹਾ ਹਾਂ ਗੁਰੂ ਦੀ ਬਾਣੀ, ਮੇਰਾ ਮਨ ਰੰਗਿਆ ਗਿਆ ਹੈ ਕਿ ਨਹੀਂ? ਮੈਂ ਹਉਮੈ ਤੋਂ ਪਰਾ ਚਲਾ ਗਿਆ ਹਾਂ ਕਿ ਨਹੀਂ? ਅਗਰ ਗਿਆ ਹਾਂ ਤਾਂ ਉੱਥੇ ਰੋਜ਼ ਬੈਠਣਾ ਬਣਦਾ ਹੈ, ਉਸ ਸਥਾਨ ਵਿੱਚ ਜਾਣਾ ਬਣਦਾ ਹੈ। ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਮਨ ਦੀ ਉਸ ਅਵਸਥਾ ਨੂੰ ਸੰਭਾਲਣਾ ਬਣਦਾ ਹੈ ਮਹਾਰਾਜ, ਉੱਥੇ ਮਿਹਨਤ ਕਰਨੀ ਬਣਦੀ ਹੈ ਹਜ਼ੂਰ, ਉਹਦੇ ਵੱਲ ਜਾਣਾ ਬਣਦਾ ਹੈ ਮਹਾਰਾਜ, ਉਸ ਦੀ ਕਮਾਈ ਕਰਨੀ ਬਣਦੀ ਹੈ। ਨਹੀਂ ਜਾਣਿਆ ਤਾਂ ਉਹਨਾਂ ਦੇ ਕੋਲ ਜਾ ਕੇ ਬੈਠਣਾ ਹੈ ਜਿਹੜਾ ਜਾਣਦੇ ਹਨ, ਸੰਗਤ ਕਰਨੀ ਹੈ। ਬੁੱਧਿਜ਼ਮ ਧੰਮਾਪਦਾ ਵਿੱਚੋਂ ਕਹਿੰਦਾ ਹੈ, ਬੁੱਧਮ ਸ਼ਰਨਮ ਗੱਛਾਮੀ, ਤਰਨਮ ਬੁੱਧਮ ਸ਼ਰਨਮ ਗੱਛਾਮੀ, ਤਰਨਮ ਸ਼ਰਨਮ ਗੱਛਾਮੀ, ਸੰਗ ਸ਼ਰਨਮ ਗੱਛਾਮੀ। ਧਰਮ ਦੀ ਸ਼ਰਨ ਜਾ, ਬੁੱਧ ਦੀ ਸ਼ਰਨ ਜਾ, ਸੰਗਤ ਦੀ ਸ਼ਰਨ ਜਾ। ਸੋਹਿਲਾ ਅਸੀਂ ਬਾਣੀ ਪੜ੍ਹੀ, ਉਹਦੀ ਅਖੀਰਲੀ ਤੁਕ ਮਹਾਰਾਜ ਕਿੱਥੇ ਆ ਕੇ ਗੱਲ ਖਤਮ ਕਰਦੇ ਹਨ? ਨਾਨਕ ਦਾਸ ਇਹੋ ਸੁਖ ਮੰਗੇ, ਮੁਕੋ ਕਰ ਸੰਤਨ ਕੀ ਤੂਰੇ। ਮੈਂ ਆਪ ਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਿਸੇ ਸਰੀਰ ਨੂੰ ਜਾ ਕੇ ਗੁਰੂ ਬਣਾ ਦਿਓ, ਮੇਰੀ ਗੱਲ ਨੂੰ ਗਲਤ ਸਮਝ ਲਓਗੇ ਆਪ। ਮੈਂ ਇਹ ਕਹਿ ਰਿਹਾ ਕਿ ਮਨ ਨੂੰ ਘੇਰਨ ਲਈ ਤਿਆਰ ਕਰ ਲਈਏ, ਮਨ ਨੂੰ ਪ੍ਰੇਮ ਲਈ ਤਿਆਰ ਕਰੀਏ, ਮਨ ਨੂੰ ਰੰਗਣ ਲਈ ਤਿਆਰ ਕਰ ਲਈਏ ਸ਼ਬਦ ਦੇ ਵਿੱਚ। ਜਿੱਥੇ ਕੋਈ ਸਿੱਖ ਪਿਆਰ ਨਾਲ ਬਾਣੀ ਪੜ੍ਹਦੇ ਹੋਣ, ਉੱਥੇ ਜਾ ਕੇ ਬੈਠੀਏ, ਉਹਨਾਂ ਦੇ ਨਾਲ ਅਸੀਂ ਵੀ ਉਹਨਾਂ ਦਾ ਰੂਪ ਹੋ ਜਾਈਏ। ਕੋਈ ਲੋੜ ਨਹੀਂ ਹੈ ਦੇਖਣ ਦੀ ਕੌਣ ਹੈ, ਆਈਡੈਂਟਿਟੀ ਦੇ ਵਿੱਚ ਜਾਣ ਦੀ ਕੋਈ ਲੋੜ ਨਹੀਂ ਹੈ। ਕਦੇ ਵਿਚਾਰਨਾ ਇਸ ਗੱਲ ਨੂੰ ਮਹਾਰਾਜ, ਦੁਨੀਆ ਵਿੱਚ ਆਰਟ ਇਤਨੀ ਵਿਕਦੀ ਹੈ, ਅਗਰ ਕੋਈ ਆਰਟਿਸਟ ਇੱਕ ਵਿਊ ਨੂੰ ਹੂਬਹੂ ਪੇਂਟਿੰਗ ਬਣਾ ਦੇ, ਫੋਟੋ ਤੋਂ ਵੀ ਬੈਟਰ ਪੇਂਟਿੰਗ ਬਣਾ ਦੇ ਇੱਕ ਦ੍ਰਿਸ਼ ਦੀ, ਉਸ ਦਾ ਇਤਨਾ ਮੁੱਲ ਨਹੀਂ ਹੈ ਜਿਹੜਾ ਉਸ ਆਰਟਿਸਟ ਦਾ ਜਿਹੜੇ ਉਸ ਨੂੰ ਐਬਸਟਰੈਕਟ ਬਣਾ ਦਿੰਦਾ ਹੈ, ਡਿਫਾਈਨਡ ਤੋਂ ਪਰੇ ਲੈ ਜਾਂਦਾ ਹੈ। ਐਬਸਟਰੈਕਟ ਆਰਟ ਦੀ ਵੈਲਿਊ ਫਾਰਮ ਦੀ ਆਰਟ ਤੋਂ ਕਿਤੇ ਕਿਤੇ ਜ਼ਿਆਦਾ ਹੈ। ਕਿਉਂ ਹੈ ਮਹਾਰਾਜ? ਸਮਝਣਾ ਗੱਲ ਨੂੰ, ਇੱਕ ਇਨਹੈਰੈਂਟ ਗੱਲ ਹੈ ਬੜੀ ਸਾਡੀ ਸ੍ਰਿਸ਼ਟੀ ਵਿੱਚ, ਕਿਉਂਕਿ ਐਬਸਟਰੈਕਟ ਵਿੱਚ ਨਿਰੰਕਾਰ ਵਸਦਾ ਹੈ ਮਹਾਰਾਜ, ਜਿੱਥੇ ਕੋਈ ਫਾਰਮ ਸ਼ੇਪ ਨਹੀਂ ਹੈ। ਅਗਰ ਕੋਈ ਫੋਟੋ ਲੈ ਲੇ ਔਰ ਉਸ ਫੋਟੋ ਦੀ ਆਰਟਿਸਟ ਕੋਈ ਪਿਕਚਰ ਬਣਾ ਦੇ, ਉਹਦਾ ਮੁੱਲ ਬਹੁਤ ਥੋੜਾ ਪੜਦਾ ਹੈ।
ਪਰ ਉਸੇ ਨੂੰ ਮੋਨੇ ਨੇ ਜਦੋਂ ਬਣਾਇਆ ਤਾਂ ਉਸਨੇ ਇੱਕ ਹੋਰ ਟਰਾਂਸਫੋਰਮੇਸ਼ਨ ਵਿੱਚ ਬਣਾਇਆ। ਦਿਖਦਾ ਉਸ ਤਰ੍ਹਾਂ ਹੈ, ਇਸ ਤਰ੍ਹਾਂ ਦਾ ਬਣਾਇਆ, ਪਰ ਉਹ ਹੈ ਨਹੀਂ ਹੂਬਹੂ ਉਸ ਤਰ੍ਹਾਂ। ਤਾਂ ਮੋਨੇ ਦੀ ਪੇਂਟਿੰਗ ਨੂੰ ਕਿਤੇ ਜ਼ਿਆਦਾ ਵੈਲਿਊ ਪਈ। ਇੰਪ੍ਰੈਸ਼ਨਿਜ਼ਮ ਕਿਹਾ ਜਾਂਦਾ ਹੈ ਉਸ ਨੂੰ। ਇੰਪ੍ਰੈਸ਼ਨ ਬਣਾ ਦਿੱਤਾ ਉਹਦਾ, ਐਗਜ਼ੈਕਟ ਉਹ ਨਹੀਂ ਹੈ। ਜੀਵਨ ਜੋ ਦਿਖਦਾ ਹੈ ਉਹ ਨਹੀਂ ਹੈ, ਜੋ ਅਸਲ ਵਿੱਚ ਹੈ ਉਹ ਨਿਰੰਕਾਰ ਨੂੰ ਮਿਲਣ ਤੋਂ ਬਿਨਾਂ ਨਹੀਂ ਜਾਣ ਪਾਵਾਂਗੇ, ਉਹਦੀ ਸਿਰਫ ਗੱਲਾਂ ਹੀ ਕਰਾਂਗੇ ਫਿਰ। ਤਾਂ ਮਹਾਰਾਜ ਇਹੀ ਕਹਿੰਦੇ ਹਨ, ਏਕੋ ਏਕ ਕਹੇ ਸਭ ਕੋਈ। ਅਸੀਂ ਸਾਰੇ ਉਸ ਇੱਕ ਦੀ ਗੱਲ ਕਰਦੇ ਹਾਂ, ਪਰ ਉਹਦੇ ਗਿਆਨ ਨਹੀਂ ਹੈ। ਸਾਨੂੰ ਮੰਨਣਾ ਪਏਗਾ ਕਿ ਅਸੀਂ ਆਪਣੇ ਆਪ ਨਾਲ ਧੋਖਾ ਕਰ ਰਹੇ ਹਾਂ, ਜੀਵਨ ਨੂੰ ਨਹੀਂ ਜਾਣਦੇ ਹਾਂ। We don't know life, we are living it. We have not known who has created us. ਅਸੀਂ ਨਹੀਂ ਜਾਣਦੇ ਸਾਡਾ ਬਣਾਉਣ ਵਾਲਾ ਕੌਣ ਹੈ। ਅਸੀਂ ਨਹੀਂ ਜਾਣਦੇ ਕਿ ਅਸੀਂ ਕਿਹਦੇ ਵਿੱਚ ਜੀ ਰਹੇ ਹਾਂ। ਜਿਵੇਂ ਮੱਛੀ ਨਹੀਂ ਜਾਣਦੀ ਪਾਣੀ ਦੇ ਵਿੱਚ ਜੀ ਰਹੀ ਹੈ, ਇਵੇਂ ਅਸੀਂ ਨਹੀਂ ਜਾਣਦੇ ਅਸੀਂ ਹੁਕਮ ਵਿੱਚ ਜੀ ਰਹੇ ਹਾਂ। ਔਰ ਬਿਨਾਂ ਹੁਕਮ ਨੂੰ ਜਾਣੇ ਹਉਮੈ ਨਹੀਂ ਗਿਰਦੀ ਹੈ। ਹਉਮੈ ਗਰਭ ਵਿਆਪੇ। ਮੈਂ ਇਸ ਕਰਕੇ ਹਾਂ ਇਹਦੇ ਵਿੱਚ, ਗੱਲਾਂ ਵਿੱਚ ਕਿਉਂ ਆਪਣੇ ਆਪ ਨੂੰ ਮੈਂ ਉਲਝਾਇਆ ਹੈ, ਕਿਉਂਕਿ ਮੈਂ ਹਉਮੈ ਦੇ ਵਿੱਚ ਆਪਣੇ ਆਪ ਨੂੰ ਰੱਖਣਾ ਚਾਹੁੰਦਾ, ਹਉਮੈ ਤੋਂ ਪਰੇ ਨਹੀਂ ਜਾਣਾ ਚਾਹੁੰਦਾ। ਜਦੋਂ ਵਿਵੇਕਾਨੰਦ ਪਹਿਲੀ ਵਾਰੀ ਆਪਣੇ ਗੁਰੂ ਨੂੰ ਮਿਲਣ ਗਿਆ ਤਾਂ ਗੁਰੂ ਨੂੰ ਉਸਨੇ ਕਿਹਾ ਕਿ ਉਹਦੀ ਆਦਤ ਸੀ, ਪੁੱਛਦਾ ਸੀ ਸਾਰਿਆਂ ਨੂੰ ਕਿ ਹੈਵ ਯੂ ਸੀਨ ਗੋਡ। ਤੇ ਇਹ ਸਿੱਧਾ ਪ੍ਰਸ਼ਨ ਪੁੱਛ ਕੇ ਲੋਕ ਘਬਰਾ ਜਾਂਦੇ ਸਨ, ਉਲਟੇ ਸਿੱਧੇ ਜਵਾਬ ਦਿੰਦੇ ਸਨ। ਤਾਂ ਰਾਮਾਕ੍ਰਿਸ਼ਨ ਨੇ ਸਿੱਧਾ ਜਵਾਬ ਉਸੇ ਵਕਤ ਦੇ ਦਿੱਤਾ ਕਿ ਆਈ ਸੀ ਹਿਮ ਲਾਈਕ ਆਈ ਸੀ ਯੂ। ਜਿਵੇਂ ਮੈਂ ਤੈਨੂੰ ਦੇਖਦਾ, ਜਿਵੇਂ ਮੈਂ ਰੱਬ ਨੂੰ ਦੇਖਦਾ। ਕਹਿੰਦਾ ਜੇ ਤੂੰ ਦੇਖਣਾ ਹੈ ਮੈਂ ਤੈਨੂੰ ਦਿਖਾ ਦਿੰਦਾ ਹੁਣੇ। ਤਾਂ ਉਸਨੇ ਆਪਣਾ ਅੰਗੂਠਾ ਵਿਵੇਕਾਨੰਦ ਦੇ ਥਾਈ ਦੇ ਵਿੱਚ ਲਗਾ ਦਿੱਤਾ, ਉਹਦੇ ਧਿਆਨ ਨੂੰ ਪਕੜ ਕੇ ਨਿਰੰਕਾਰ ਦੀ ਦ੍ਰਿਸ਼ਟੀ ਵਿੱਚ ਲੈ ਗਿਆ। ਤਾਂ ਨਰਿੰਦਰ ਨਾਮ ਸੀ ਵਿਵੇਕਾਨੰਦ ਦਾ, ਜ਼ੋਰ ਦੀ ਚੀਕ ਪਿਆ ਕਿ ਮੇਰੇ ਨਾਲ ਤੂੰ ਕੀ ਕਰਦਾ ਹੈ? ਮੈਂ ਨਰਿੰਦਰ ਹਾਂ, ਮੈਨੂੰ ਕਿੱਥੇ ਲੈ ਗਿਆ ਹੈ? ਨਰਿੰਦਰ ਆਪਣੀ ਆਈਡੈਂਟਿਟੀ ਦੇ ਬਿਯੋਂਡ ਗਿਆ। ਉਸ ਨੂੰ ਜੀਵਨ ਦੀ ਫਾਊਂਡੇਸ਼ਨ ਹੀ ਖਤਮ ਹੋਈ ਦਿਖਦੀ ਹੈ। ਤਾਂ ਉਹ ਚੀਕ ਪਿਆ, ਇਵੇਂ ਜੋ ਮੇਰੀ ਜੀਵਨ ਦੀ ਫਾਊਂਡੇਸ਼ਨ ਹੈ ਉਹ ਝੂਠ ਹੈ। ਉਸ ਝੂਠ ਨੂੰ ਮੈਂ ਪਕੜ ਕੇ ਬੈਠਾ ਹਾਂ, ਉਹਨੂੰ ਛੱਡਣ ਲਈ ਤਿਆਰ ਨਹੀਂ ਹਾਂ। ਤਾਂ ਉਸ ਨਿਰੰਕਾਰ ਦੇ ਵਿੱਚ ਮੈਂ ਧਿਆਨ ਨਾ ਤਾਂ ਕੀਤਾ ਹੈ, ਨਾ ਮੈਂ ਉਹਦੀ ਤਿਆਰੀ ਕਰਦਾ ਹਾਂ, ਕਿਉਂਕਿ ਉਹਦੇ ਵਾਸਤੇ ਮੈਨੂੰ ਪਹਿਲਾਂ ਥੌਟਲੈਸਨੈਸ ਦੀ ਆਦਤ ਪੈਣੀ ਹੈ। ਸ਼ਬਦ ਦਾ ਅਭਿਆਸ ਕਰਨਾ ਹੈ, ਗਹਿਨ ਅਭਿਆਸ ਕਰਨਾ ਹੈ, ਮਨ ਨੂੰ ਬਦਲਣਾ ਹੈ। ਗੁਰੂ ਨਾਲ ਮਿਲਣ ਹੋਏਗਾ ਫਿਰ ਜਦੋਂ ਹਉਮੈ ਗਿਰੇਗੀ। ਮਹਾਰਾਜ ਕਹਿੰਦੇ ਨੇ ਹਉਮੈ ਗਰਭ ਵਿਆਪੇ। ਇਹ ਹਉਮੈ ਦੇ ਵਿੱਚ ਹੀ ਗਰਕ ਹੋ ਜਾਏਗਾ ਜੀਵਨ। ਇਸ ਹਉਮੈ ਕਰਕੇ ਮੈਂ ਨਿਰੰਕਾਰ ਨੂੰ ਨਹੀਂ ਦੇਖਣਾ ਚਾਹੁੰਦਾ ਹਾਂ। ਤਾਂ ਆਈ ਫੂਲ ਮਾਈ ਸੈਲਫ। ਅਸੀਂ, ਤੁਸੀਂ, ਮੈਂ ਵੀ ਇਹਦੇ 'ਚ ਸ਼ਾਮਿਲ ਹਾਂ। ਅਸੀਂ ਇੱਕ ਦੂਸਰੇ ਦਾ ਬੇਵਕੂਫ ਬਣਾ ਰਹੇ ਹਾਂ, ਕਿਉਂਕਿ ਆਪਣੇ ਮਨ ਨੂੰ ਅਸੀਂ ਤਿਆਰ ਨਹੀਂ ਕਰ ਰਹੇ ਕਿ ਉਸ ਅਵਸਥਾ ਦੇ ਵਿੱਚ ਅਸੀਂ ਜਾ ਸਕੀਏ ਜਿੱਥੇ ਕੋਈ ਡਿਫਾਈਨਡ ਐਲੀਮੈਂਟ ਨਹੀਂ ਹੈ ਜੀਵਨ ਦੇ ਵਿੱਚ। ਮੈਂ ਉਹ ਨਹੀਂ ਹਾਂ। ਆਪਣੇ ਹਰ ਧਿਆਨ ਤੋਂ ਪਰੇ ਚਲੇ ਜਾਂਦਾ ਹੈ ਉਹ ਮਨ। ਅੰਤਰ ਬਾਹਰ ਏਕ ਪਛਾਣੇ। ਜਦ ਤੱਕ ਮੈਂ ਇਸ ਧਿਆਨ ਦੇ ਵਿੱਚ ਨਹੀਂ ਜਾ ਪਾਵਾਂਗਾ ਜਿੱਥੇ ਹਉਮੈ ਨਹੀਂ ਹੈ, ਤਾਂ ਮੈਂ ਇੱਕ ਨੂੰ ਨਹੀਂ ਜਾਣ ਪਾਵਾਂਗਾ। ਮਹਾਰਾਜ ਅੰਦਰ ਔਰ ਬਾਹਰ ਵਿੱਚ ਜਿਹੜੀ ਗੱਲ ਗੁਰੂ ਅੱਜ ਕਰਦਾ ਹੈ, ਇਹ ਅਵਸਥਾ ਐਕਸਪੀਰੀਅੰਸ ਦੀ ਹੈ। ਇੱਥੇ ਕੁਝ ਗੱਲ ਕਰਨ ਦਾ ਲਾਭ ਹੀ ਨਹੀਂ ਹੈ। ਜਾਂ ਤਾਂ ਮੈਂ ਇਹਨੂੰ ਜਾਣਦਾ ਹਾਂ ਜਾਂ ਨਹੀਂ ਜਾਣਦਾ ਹਾਂ, ਹੋਰ ਤੀਸਰੀ ਕੋਈ ਗੱਲ ਨਹੀਂ ਹੈ।
ਗੁਰੂ ਇੱਕ ਇਹੋ ਜਿਹੀ ਅਵਸਥਾ ਦੀ ਗੱਲ ਕਰਦਾ ਹੈ ਜਿਹਦੇ 'ਚ ਦਸਮ ਦਵਾਰ ਦੇ ਖੁੱਲ੍ਹਣ ਦੀ ਗੱਲ ਹੈ। ਮਹਾਰਾਜ ਉਸ ਗੱਲ ਨੂੰ ਪ੍ਰਗਟ ਕਰਦੇ ਪਏ ਹਨ। ਬਾਹਰ ਭੀਤਰ ਏਕੋ ਜਾਣੇ, ਇਹ ਗੁਰ ਗਿਆਨ ਬਤਾਈ। ਇਹ ਗੁਰੂ ਸਾਹਿਬ ਜਦੋਂ ਐਕਸਪਲੇਨ ਕਰਦੇ ਹਨ ਸਾਨੂੰ ਕਿ ਇਹ ਗੁਰੂ ਸਾਨੂੰ ਐਕਸਪੀਰੀਅੰਸ ਵਿੱਚ ਦੱਸੇਗਾ। ਪਰ ਮੈਂ ਗੱਲਾਂ ਵਿੱਚ ਇਸ ਜੀਵਨ ਨੂੰ ਵੇਸਟ ਕਰ ਰਿਹਾ ਹਾਂ, ਗੱਲਾਂ ਵਿੱਚ ਹੀ ਜੀਵਨ ਨੂੰ ਖਤਮ ਕਰਨਾ ਚਾਹੁੰਦਾ ਹਾਂ, ਥਾਟਸ ਦੇ ਵਿੱਚ ਹੀ ਈਗੋ ਨੂੰ ਐਕਸਪੀਰੀਅੰਸ ਕਰਕੇ ਜੀਵਨ ਨੂੰ ਖਤਮ ਕਰਨਾ ਚਾਹ ਰਿਹਾ ਹਾਂ, ਉਸ ਤੋਂ ਬਿਯੋਂਡ ਨਹੀਂ ਜਾਣਾ ਚਾਹ ਰਿਹਾ। ਮਤ ਜਾਣ ਮੈਂ ਗੱਲੀ ਪਾਇਆ। ਜਿਸ ਗੱਲ ਨੂੰ ਗੁਰੂ ਸਮਝਾ ਰਿਹਾ ਹੈ ਉਹਦੇ ਵਾਸਤੇ ਮੈਨੂੰ ਟਰਾਂਸਫਰਮੇਸ਼ਨ ਦੀ ਲੋੜ ਹੈ, ਮੈਨੂੰ ਈਗੋ ਨੂੰ ਡ੍ਰੌਪ ਕਰਨ ਦੀ ਲੋੜ ਹੈ, ਮੈਨੂੰ ਹਉਮੈ ਤੇ ਪਰੇ ਜਾਣ ਦੀ ਲੋੜ ਹੈ। ਤਾਂ ਮੇਰੀ ਦ੍ਰਿਸ਼ਟੀ ਜੀਵਨ ਦੀ ਬਦਲਦੀ ਹੈ, ਮੈਂ ਕੁਝ ਹੋਰ ਦੇਖਦਾ ਹਾਂ। ਫਿਰ ਜਿਵੇਂ ਆਨੰਦ ਸਾਹਿਬ ਵਿੱਚ ਗੁਰੂ ਸਾਹਿਬ ਉਸ ਦਿਨ ਦੱਸ ਰਹੇ ਸਨ, ਕਹਿ ਨਾਨਕ ਐ ਨੇਤਰੋ ਅੰਸੇ, ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਇਹ ਨੇਤਰ ਅੰਨੇ ਹਨ, ਇਹ ਉਸ ਸੱਚ ਨੂੰ ਨਹੀਂ ਦੇਖ ਪਾਣਗੇ। ਜਦੋਂ ਗੁਰੂ ਨਾਲ ਮਿਲਣ ਹੋਏਗਾ ਤਾਂ ਸੱਚ ਦਿਖੇਗਾ, ਜੀਵਨ ਕੀ ਹੈ। ਜਿਹੜੀ ਗੱਲ ਅੱਜ ਗੁਰੂ ਸਾਹਿਬ ਕਰਦੇ ਹਨ ਕਿ ਬਾਹਰ ਭੀਤਰ ਏਕੋ ਜਾਣੇ, ਇਹ ਕਦੋਂ ਮਿਲੇਗਾ? ਜਦੋਂ ਗੁਰੂ ਨਾਲ ਮਿਲਣ ਹੋਏਗਾ ਮਨ ਦਾ, ਜਦੋਂ ਮਨ ਬਦਲੇਗਾ, ਮਨ ਦੇ ਵਿੱਚ ਇੱਕ ਅਵਸਥਾ ਆਏਗੀ। ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਅੰਤਰ ਬਾਹਰ ਏਕ ਪਛਾਣੇ, ਐ ਘਰ ਮਹਿਲ ਸਿਆਪੇ। ਅੰਦਰ ਔਰ ਬਾਹਰ ਉਸ ਇੱਕ ਨੂੰ ਜਾਣ ਲਿਆ ਹੈ, ਉਸ ਇੱਕ ਵਿੱਚ ਜੀ ਰਹੇ ਹਾਂ। ਤਾਂ ਮੈਂ ਗਿਰ ਗਈ ਮਹਾਰਾਜ, ਤੂੰ ਕਰਤਾ ਤੂੰ ਹੁਆ, ਮੁਝ में रहा ना हूं। ਜਿਸ ਮਾਲਕ ਨੇ ਸਾਨੂੰ ਬਣਾਇਆ ਸੀ ਉਸ ਮਾਲਕ ਦੇ ਵਿੱਚ ਹੀ ਸਮਾ ਗਏ ਹਾਂ ਮਹਾਰਾਜ। ਇਹ ਦੋ ਹੀ ਪੋਸੀਬਿਲਿਟੀਜ਼ ਹਨ ਜੀਵਨ ਦੀਆਂ, ਜਾਂ ਤਾਂ ਕਰਮਾਂ ਦੇ ਵਿੱਚ ਅਸੀਂ ਬਹਿ ਜਾਵਾਂਗੇ, ਸਰੀਰ ਤੇ ਜਾਣ ਤੋਂ ਬਾਅਦ ਕਰਮ ਦੇ ਵਿੱਚ ਇਹ ਮਨ ਚਲਾ ਜਾਏਗਾ, ਮੂਵਮੈਂਟ ਵਿੱਚ ਰਹੇਗਾ ਮਨ, ਰੁਕੇਗਾ ਨਹੀਂ ਕਦੇ। ਜਾਂ ਫਿਰ ਮਨ ਸਮਾ ਜਾਏਗਾ, ਰੈਸਟ ਵਿੱਚ ਆ ਜਾਏਗਾ, ਜਿਸ ਨੂੰ ਅਸੀਂ ਰੈਸਟ ਇਨ ਪੀਸ ਕਹਿੰਦੇ ਹਾਂ ਮਹਾਰਾਜ। ਤਾਂ ਮਨ ਕਿਵੇਂ ਸਮਾ ਜਾਏਗਾ? ਜਦੋਂ ਹਉਮੈ ਗਿਰੇਗੀ ਮਹਾਰਾਜ, ਨਹੀਂ ਤਾਂ ਨਹੀਂ ਸਮਾ ਪਾਏਗਾ। ਜਿਉਂ ਜਲ में जल आए खटाना, त्यों ज्योति संग जोत समाना। मिट गए गमन पाए विश्राम। ਜਿਵੇਂ ਜਲ ਦੇ ਵਿੱਚ ਜਲ ਮਿਲ ਜਾਂਦਾ ਹੈ, ਜੋਤੀ ਦੇ ਨਾਲ ਜੋਤੀ ਮਿਲਦੀ ਹੈ, ਇਵੇਂ ਮਨ ਉਸ ਨਿਰੰਕਾਰ ਦੇ ਵਿੱਚ ਮਿਲ ਜਾਂਦਾ ਹੈ। ਪ੍ਰਭ ਨੇੜੇ ਹਰ ਦੂਰ ਨਾ ਜਾਣੋ। ਗੁਰੂ ਸਾਹਿਬ ਜਿਹੜੀ ਗੱਲ ਕਰਦੇ ਹਨ, ਇਹ ਇੱਕ ਦਸਮ ਦਵਾਰ ਦੀ ਅਵਸਥਾ ਦੀ ਗੱਲ ਹੈ ਮਹਾਰਾਜ। ਦਸਵੇਂ ਦਵਾਰ ਦੇ ਐਕਸਪੀਰੀਅੰਸ ਦੀ ਗੱਲ ਚੱਲਦੀ ਹੈ, ਔਰ ਇਹਦੇ ਵਿੱਚ ਸਾਨੂੰ ਭੁਲੇਖਾ ਨਹੀਂ ਰਹਿਣਾ ਕਿ ਸਾਡੇ ਕੋਲ ਉਹ ਐਕਸਪੀਰੀਅੰਸ ਹੈ ਹੀ ਨਹੀਂ, ਤਾਂ ਅਸੀਂ ਸੋਚਦੇ ਹਾਂ ਸਾਨੂੰ ਉਹਦਾ ਗਿਆਨ ਹੈ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏਗੋ ਫੇਰਾ। ਹਰ ਗੁਰ ਤੇ ਮਨੋ ਬਸੇਰਾ, ਦਸਵੇਂ ਨਿਜ ਘਰ ਵਾਸਾ ਪਾਏ। ਦਸਮ ਦਵਾਰ ਦੀ ਕੁੰਜੀ ਗੁਰੂ ਕੋਲ ਹੈ, ਗੁਰੂ ਖੋਲਦਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਹੈ। ਉਹ ਖੋਲਣਗੇ ਜਦ ਮੈਂ ਪੁਕਾਰਾਂਗਾ, ਆਪਣੇ ਮਨ ਨੂੰ ਸ਼ੁੱਧ ਕਰਾਂਗਾ, ਨਿਰਮਲ ਕਰਾਂਗਾ, ਤਾਂ ਮੈਂ ਉਹਦਾ ਪਾਤਰ ਬਣ ਸਕਾਂਗਾ। ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੁ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਆਪਣੇ ਨਿਜ ਘਰ ਦੇ ਵਿੱਚ, ਉਸ ਸਹਿਜ ਦੀ ਅਵਸਥਾ ਦੇ ਵਿੱਚ, ਜਿੱਥੇ ਹਉਮੈ ਨਹੀਂ ਹੈ, ਉੱਥੇ ਇੱਕ ਘਰ ਹੈ, ਮਹਿਲ ਹੈ। ਮਹਾਰਾਜ ਕਹਿੰਦੇ ਹਨ ਸੁਖ ਪਾਵਾਂਗੇ ਉੱਥੇ, ਬਹਰ ਨਾ ਹੋਏਗੋ ਫੇਰਾ। ਫਿਰ ਬਾਰ-ਬਾਰ ਫੇਰਾ ਨਹੀਂ, ਫਿਰ ਮੂਵਮੈਂਟ ਜੀਵਨ ਵਿੱਚ ਖਤਮ ਹੋ ਜਾਏਗੀ।
ਫਿਜ਼ੀਕਲ ਲਾਈਫ ਰਹੇਗੀ, ਬਟ ਮਨ ਹੁਣ ਥਿਰ ਹੋ ਜਾਏਗਾ, ਸਟੇਬਲ ਹੋ ਜਾਏਗਾ। ਮਨ ਨੂੰ ਉਹ ਜਗ੍ਹਾ ਮਿਲ ਗਈ ਜਿੱਥੇ ਉਹਨੇ ਆਪਣੀ ਅਸਲ ਨੂੰ ਪਛਾਣ ਲਿਆ, ਅਸਲ ਨੂੰ ਜਾਣ ਲਿਆ। ਪਰ ਅਸੀਂ ਉਸ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਹਾਂ। ਅਸੀਂ ਗੱਲਾਂ ਵਿੱਚ ਹੀ ਜੀਵਨ ਨੂੰ ਖਤਮ ਕਰਨਾ ਚਾਹੁੰਦੇ ਹਾਂ। ਨੌ ਦਰ ਠਾਕੇ ਧਾਵਤ ਰਹਾਏ। 9 ਘਰਾਂ ਵਿੱਚ ਆਪਣੀ ਬੋਡੀ ਦੇ ਸਾਡੇ 9 ਡੋਰਸ ਹਨ ਫਿਜ਼ੀਕਲ ਬੋਡੀ ਦੇ। ਆਈਜ਼, ਨੋਜ਼, ਸੈਕਸ਼ੂਅਲ ਔਰਗਨ, ਐਨਲ ਔਰਗਨ, ਇਹ ਸਾਰਿਆਂ ਨੂੰ ਗਿਣੋਗੇ ਤਾਂ 9 ਬਣਨਗੇ। ਇਹ 9 ਦਰਵਾਜ਼ੇ ਸਰੀਰ ਦੇ ਹਨ, ਪਰ 10ਵਾਂ ਗੁਪਤ ਰਖਾਇਆ ਹੈ। 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ। ਪਰ 10ਵੇਂ ਵਿੱਚ ਜਦੋਂ ਜਾਵਾਂਗੇ ਤਾਂ ਨਿਜ ਘਰ ਨੂੰ ਪ੍ਰਾਪਤ ਕਰ ਲਵਾਂਗੇ, ਅੰਤਰ ਦੇ ਉਸ ਸਥਾਨ ਨੂੰ ਪ੍ਰਾਪਤ ਕਰ ਲਵਾਂਗੇ ਜਿੱਥੇ ਸਟੇਬਿਲਿਟੀ ਹੈ ਲਾਈਫ ਦੀ ਮਹਾਰਾਜ, ਜਿੱਥੇ ਆਨੰਦ ਦੀ ਵਰਖਾ ਹੈ, ਜਿੱਥੇ ਸਦਾ ਵਿਕਾਸ ਹੈ, ਜਿੱਥੇ ਮਿਲਣ ਹੈ, ਸੈਪਰੇਸ਼ਨ ਨਹੀਂ ਹੈ ਫਿਰ ਕਦੇ ਵੀ। ਤਾਂ ਗੁਰੂ ਕਹਿੰਦੇ ਹਨ ਕਿ ਅਸੀਂ ਉਸ ਜੀਵਨ ਨੂੰ ਪ੍ਰਾਪਤ ਕਰਨਾ ਹੈ ਜਿੱਥੇ ਫਿਰ ਗੱਲਾਂ ਨਹੀਂ ਹਨ। ਗੱਲਾਂ ਕਰਕੇ ਅਸੀਂ ਜੀਵਨ ਨੂੰ ਵਿਅਰਥ ਨਹੀਂ ਕਰਦੇ ਹਾਂ ਮਹਾਰਾਜ। ਫਿਰ ਅਸੀਂ ਜਾਣਦੇ ਹਾਂ ਜੀਵਨ ਕੀ ਹੈ। ਫਿਰ ਸਰੀਰ ਦੇ ਬਿਯੋਂਡ ਦਾ ਇੱਕ ਨਵਾਂ ਜੀਵਨ ਸਾਡੇ ਐਕਸਪੀਰੀਅੰਸ ਵਿੱਚ ਆ ਜਾਂਦਾ ਹੈ। ਪ੍ਰਭ ਨੇੜੇ ਹਰ ਦੂਰ ਨਾ ਜਾਣੋ। ਫਿਰ ਮਹਾਰਾਜ ਕਹਿੰਦਾ ਜਦੋਂ ਇਹ ਅਵਸਥਾ ਆਏਗੀ ਫਿਰ ਜਾਣਨਾ ਕਿ ਪ੍ਰਭੂ ਨਾਲ ਹੈ, ਸਾਡੇ ਦੂਰ ਨਹੀਂ ਹੈ। ਇੱਕ ਦਰਸ਼ਨ ਦੀ ਗੱਲ ਕਰਦੇ ਹਨ ਮਹਾਰਾਜ, ਜਿਹਦਾ ਸਾਡੇ ਕੋਲ ਨਹੀਂ ਹੈ। ਜਿਹੜੇ ਦਰਸ਼ਨ ਗੁਰੂ ਕੋਲ ਹਨ ਸਿਰਫ, ਜਾਂ ਗੁਰੂ ਦੇ ਸਿੱਖਾਂ ਕੋਲ ਹਨ, ਗੁਰਮੁਖਾਂ ਕੋਲ ਹਨ, ਜਿਨ੍ਹਾਂ ਨੇ ਇਸ ਦੀ ਭਾਲ ਕੀਤੀ, ਖੋਜਿਆ ਹੈ ਇਸ ਨੂੰ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਖੋਜਣਾ ਇਸ ਨੂੰ ਹੈ, ਇਹਦੇ ਵਿੱਚ ਪ੍ਰਾਇਮਰੀ ਆਬਜੈਕਟਿਵ ਜੀਵਨ ਦਾ ਇਸ ਖੋਜ ਹੈ। ਫਿਰ ਕੀ ਹੋਏਗਾ ਮਹਾਰਾਜ? ਏਕੰਕਾਰ ਅਵਰ ਨਹੀਂ ਦੂਜਾ। ਫਿਰ ਅਸੀਂ ਜਾਣ ਲਵਾਂਗੇ ਐਕਸਪੀਰੀਅੰਸ ਵਿੱਚ ਕਿ ਇੱਥੇ ਇੱਕ ਹੀ ਵਸਦਾ ਹੈ ਸਭ ਜਗ੍ਹਾ। ਬਾਹਰ ਭੀਤਰ ਏਕੋ ਜਾਣੇ, ਇਹ ਗੁਰ ਗਿਆਨ ਬਤਾਈ। ਇਹ ਕਦੋਂ ਹੋਏਗਾ? ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭ੍ਰਮ ਕੀ ਕਾਈ। ਜਦ ਤੱਕ ਆਪਣੇ ਅੰਤਰ ਦੇ ਮਨ ਦੇ ਗਿਆਨ ਨਹੀਂ ਹੋਏਗਾ ਕਿ ਮੇਰਾ ਮਨ ਕੀ ਹੈ। ਈਗੋ ਮਾਈਂਡ ਔਰ ਨਿਜ ਘਰ ਦੇ ਵਿੱਚ ਜਦੋਂ ਸੈਪਰੇਸ਼ਨ ਨਹੀਂ ਦਿਖੇਗੀ, ਤਦ ਤੱਕ ਇਹ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਮੂਵਿੰਗ ਮਾਈਂਡ ਨੂੰ ਛੱਡ ਕੇ ਜਦ ਤੱਕ ਅਸੀਂ ਨਹੀਂ ਜਾਵਾਂਗੇ ਉਸ ਦੂਸਰੇ ਮਨ ਵਿੱਚ, ਜਿਸ ਨੂੰ ਮਹਾਰਾਜ ਨੇ ਉਨਮਨ ਕਿਹਾ ਹੈ। ਏਕੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਫਿਰ ਅਸੀਂ ਇੱਕ ਵਿੱਚ ਸਮਾ ਜਾਵਾਂਗੇ ਮਹਾਰਾਜ। ਫਿਰ ਸਰੀਰ ਦੇ ਬਿਯੋਂਡ ਦਾ ਇੱਕ ਨਵਾਂ ਜੀਵਨ ਦਿਖੇਗਾ, ਇੱਕ ਨਵਾਂ ਵਿਜ਼ਨ ਦਿਖੇਗਾ ਲਾਈਫ ਦਾ। ਇੱਕ ਦੂਰ ਇੱਕ ਅਵਸਥਾ ਦਿਖੇਗੀ ਜਿਹੜੀ ਨੇੜੇ ਵੀ ਦਿਖੇਗੀ। ਹਰ ਜਗ੍ਹਾ ਇੱਕ ਪ੍ਰੈਜ਼ੈਂਸ ਫੀਲ ਹੋਏਗੀ, ਗਿਆਨ ਹੋਏਗਾ, ਸਿਰਫ ਮਹਿਸੂਸ ਨਹੀਂ ਹੋਏਗੀ, ਉਹਨੂੰ ਜੀ ਪਾਵਾਂਗੇ ਅਸੀਂ। ਇਹ ਸਿਰਫ ਗੱਲਾਂ ਵਿੱਚ ਨਹੀਂ ਹੈ, ਇੱਕ ਡਾਇਮੈਂਸ਼ਨ ਹੈ। ਬਿਯੋਂਡ ਈਗੋ ਇੱਕ ਡਾਇਮੈਂਸ਼ਨ ਹੈ, ਉਹ ਖੁੱਲ ਜਾਏਗੀ। ਗੁਰੂ ਖੋਲੇਗਾ ਉਸ ਨੂੰ। ਸਰੀਰ ਦੇ ਬਿਯੋਂਡ ਦਾ ਇੱਕ ਜੀਵਨ ਹੈ, ਮਹਾਰਾਜ ਉਹਨੂੰ ਖੋਲ ਦੇਣਗੇ। ਇਹ ਪਦੇ ਨੂੰ ਪੜ੍ਹ ਕੇ ਮੈਨੂੰ ਵਿਚਾਰਨਾ ਹੈ ਕਿ ਜੀਵਨ ਕੀ ਹੈ, ਮੈਂ ਕੀ ਕਰ ਰਿਹਾ ਹਾਂ, ਜੀਵਨ ਨੂੰ ਕਮਾਣਾ ਕਿਵੇਂ ਹੈ। ਮਹਾਰਾਜ ਸਮਝਾਉਂਦੇ ਹਨ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਬਹਿ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜਿੱਥੇ ਤੂੰ ਰਹਿ ਰਿਹਾ ਹੈ ਉਸ ਨੂੰ ਬਨ ਸਮਝ ਲੈ, ਉਹਦੇ ਵਿੱਚ ਉਦਾਸ ਹੋ ਕੇ ਰਹਿ। ਲੱਭ ਉਸ ਨੂੰ, ਬੰਦੇ ਖੋਜ ਦਿਲ ਹਰ ਰੋਜ਼। ਉਸ ਅਵਸਥਾ ਨੂੰ ਲੱਭ, ਉਸ ਨਿਜ ਘਰ ਨੂੰ ਲੱਭ। ਜਿਸ ਘਰ ਵਿੱਚ ਤੂੰ ਰਹਿੰਦਾ ਹੈ ਉੱਥੇ ਹੀ ਰਹਿੰਦੇ ਹੋਏ ਇਹ ਜਾਣ ਲੈ ਕੇ ਉਹ ਤੇਰੀ ਸੱਤ ਦੀ ਅਵਸਥਾ ਨਹੀਂ ਹੈ, ਉਹ ਸਦਾ ਵਿਕਾਸ ਦਾ ਘਰ ਨਹੀਂ ਹੈ। ਸਦਾ ਵਿਕਾਸ ਦਾ ਘਰ ਅੰਤਰ ਵਿੱਚ ਹੈ ਮਹਾਰਾਜ, ਜਿਸ ਨੂੰ ਮੈਂ ਜਦੋਂ ਖੋਲਾਂਗਾ ਗੁਰੂ ਮੈਨੂੰ ਖੋਲੇਗਾ।
ਤਾਂ ਮੇਰਾ ਜੀਵਨ ਬਦਲੀ ਹੋ ਜਾਏਗਾ। ਜਿਵੇਂ ਗੁਰੂ ਸਾਹਿਬ ਸਾਨੂੰ ਆਸਾ ਦੀ ਵਾਰ ਵਿੱਚ ਸਮਝਾਉਂਦੇ ਹਨ, ਜਾਂ ਭਗਤ ਨਾਮਦੇਵ ਦੱਸਦੇ ਹਨ, ਨਰ ਤੇ ਸੁਰ ਹੋਏ ਜਾਤ ਨਿਮੁਖ ਮੈਂ ਸਤਿਗੁਰ ਬੁੱਧ ਸਿਖਲਾਈ। ਨਰ ਇਨਸਾਨ ਤੋਂ ਦੇਵਤਾ ਬਣ ਗਿਆ, ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਨਿਮਖ ਲੈਸ ਦੈਨ ਫਲੈਸ਼ਿੰਗ ਐਨ ਆਈਲਿਡ। ਟਰਾਂਸਫਰਮੇਸ਼ਨ ਅੰਦਰ ਦੀ ਮਨ ਦੀ ਇੰਨੇ ਕੁਇਕਲੀ ਹੋ ਸਕਦੀ ਹੈ ਔਰ ਗੁਰੂ ਦੀ ਕਿਰਪਾ ਹੋਏ। ਨਰ ਤੇ ਉਪਜ ਸਵਰਗ ਕੋ ਜੀਤਿਓ ਸੋ ਔਖਦ ਮੈਂ ਪਾਈ। ਆਸਾ ਦੀ ਵਾਰ ਵਿੱਚ ਮਹਾਰਾਜ ਕਹਿੰਦੇ ਹਨ ਕਿ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮਾਨਸ ਤੇ ਦੇਵਤੇ ਬਣਾ ਦਿੱਤਾ ਇੱਕ ਖਿਣ ਵਿੱਚ, ਇੱਕ ਮਿੰਟ ਵਿੱਚ, ਇੱਕ ਸੈਕਿੰਡ ਵਿੱਚ। ਮੈਨੂੰ ਦੇਖਣਾ ਹੈ ਕਿ ਮੈਂ ਇੱਕ ਮਾਨਸ ਦਾ ਜੀਵਨ ਜੀਣਾ ਹੈ, ਸਰੀਰ ਦੇ ਵਿੱਚ ਹੀ ਗਰਕ ਹੋ ਜਾਣਾ ਹੈ ਤਾਂ ਜੀਵਨ ਨੂੰ ਹਾਰ ਕੇ ਜਾਵਾਂਗਾ ਮਹਾਰਾਜ। ਔਰ ਅਗਰ ਆਨੰਦ ਨੂੰ ਪ੍ਰਾਪਤ ਕਰਨਾ ਹੈ ਤਾਂ ਗੁਰੂ ਨੂੰ ਮਿਲਣ ਵਾਸਤੇ ਮਨ ਨੂੰ ਤਿਆਗਣਾ ਪਏਗਾ। ਜਿਵੇਂ ਗੁਰੂ ਕਹਿੰਦਾ ਹੈ ਕਿ ਆਪਣੇ ਮਨ ਨੂੰ ਕੁਝ ਚਿਰ ਖੜਾ ਕਰ, ਚਲਤੇ ਉਹ ਮਨ ਰਾਖੇ ਅੰਮ੍ਰਿਤ ਚਾਖੇ। ਉਸ ਅਵਸਥਾ ਨੂੰ ਜਾਣ ਜਿੱਥੇ ਥਾਟ ਨਹੀਂ ਹੈ ਮਨ ਦੇ ਵਿੱਚ। ਗੁਰੂ ਦੀ ਨਜ਼ਰ ਨੂੰ ਉਡੀਕ। ਖੇਤੀ ਵਿੱਚ ਜਿਵੇਂ ਕਿ ਇੱਕ ਕਿਸਾਨ ਖੇਤੀ ਤਿਆਰ ਕਰਦਾ ਹੈ, ਬੀਜ ਰੱਖਦਾ ਹੈ, ਸਭ ਕੁਝ ਕਰਦਾ ਹੈ, ਪਰ ਉਹ ਬੀਜ ਕਿਰਪਾ ਨਾਲ ਉਤਪੰਨ ਹੁੰਦਾ ਹੈ। ਉਹਦੀ ਅਰਦਾਸ ਕਰ ਫਿਰ ਕਿ ਮਨ ਵਿੱਚ ਉਹ ਬੀਜ ਵੇ ਪਨਪ ਜਾਏ, ਜਿਹੜਾ ਸਾਨੂੰ ਉਸ ਨਿਰੰਕਾਰ ਦੇ ਦਰਸ਼ਨ ਕਰਾ ਦੇ ਮਹਾਰਾਜ। ਏਕ ਓਂਕਾਰ ਅਵਰ ਨਹੀਂ ਦੂਜਾ, ਜਿੱਥੇ ਦੂਸਰਾ ਹੀ ਨਾ ਦਿਖੇ, ਇੱਕ ਓਂਕਾਰ ਦਿਖੇ। ਨਾਨਕ ਏਕ ਸਮਾਏ। ਫਿਰ ਮੈਂ ਉਸ ਗੁਰੂ ਮਹਾਰਾਜ ਕਹਿੰਦੇ ਨੇ ਅਸੀਂ ਫਿਰ ਉਹਦੇ ਵਿੱਚ ਸਮਾ ਸਕਦੇ ਹਾਂ। ਫਿਰ ਉਹ ਦਰਵਾਜ਼ਾ ਖੁੱਲ੍ਹ ਜਾਂਦਾ ਹੈ ਜਿੱਥੇ ਅਸੀਂ ਸਦਾ ਵਿਗਾਸ ਵਿੱਚ ਜੀ ਸਕਦੇ ਹਾਂ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁਖ ਪਾਪ ਕਾ ਨਾਸ। ਮਹਾਰਾਜ ਕਿਰਪਾ ਕਰਨ, ਨਦਰ ਕਰਨ, ਅਸੀਂ ਇਸ ਜੀਵਨ ਨੂੰ ਕਮਾ ਸਕੀਏ। ਹਜ਼ੂਰ ਅੱਜ ਦੀ ਵਿਚਾਰ ਆਪ ਇਤਨੀ ਹੀ ਪ੍ਰਵਾਨ ਕਰਨਾ। ਗੁਰੂ ਸਾਹਿਬ ਕਿਰਪਾ ਕਰਨ ਮੈਂ ਸੁਣਨ ਔਰ ਮੰਨਣ ਦੇ ਜੀਵਨ ਵਿੱਚ ਪੈਰ ਰੱਖ ਸਕਾਂ। ਹਜ਼ੂਰ ਮੈਂ ਆਪਣੇ ਆਪ ਨੂੰ ਟਰਾਂਸਫਾਰਮ ਕਰ ਸਕਾਂ, ਪ੍ਰੇਮ ਬਣਾ ਸਕਾਂ। ਮੈਂ ਆਪਣੇ ਅੰਤਰ ਵਿੱਚ ਔਰ ਬਾਹਰ ਵਿੱਚ ਇੱਕ ਨਿਰੰਕਾਰ ਦੀ ਦ੍ਰਿਸ਼ਟੀ ਨੂੰ ਜੀ ਸਕਾਂ, ਜਾਣ ਸਕਾਂ, ਜੀ ਸਕਾਂ। ਮੇਰੀ ਗਲਤੀਆਂ ਖਿਮਾ ਕਰ ਦੇਣਾ। ਪਿਛਲੇ ਹਫ਼ਤੇ ਲਈ ਆਪ ਲੋਕ ਕਸ਼ਟ ਵਿੱਚ ਸੀਗੇ, ਉਹਦੇ ਲਈ ਆਪ ਤੋਂ ਮਾਫੀ ਮੰਗਦਾ ਹਾਂ। ਅੱਜ ਕੋਈ ਸੰਗਤ ਚੋਂ ਜ਼ਰੂਰ ਆਨੰਦ ਦੀ ਬਾਣੀ ਪੜ੍ਹੇ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੈਂ ਰਿਕਵੈਸਟ ਕਰਦਾ ਹਾਂ ਕਿਰਨ ਜੀ ਅਗਰ ਤਿਆਰੀ 'ਚ ਹੋਣ ਤਾਂ ਸਿਗਨਲ ਕਰ ਦੇਣ। ਖੁਸ਼ਪ੍ਰੀਤ ਜੀ ਦਾ ਹੱਥ ਆਇਆ ਹੈ, ਖੁਸ਼ਪ੍ਰੀਤ ਜੀ ਨੂੰ ਕਰਦੇ ਹਾਂ। ਅਗਲੇ ਹਫ਼ਤੇ ਅਗਰ ਕਿਰਨ ਜੀ ਤਿਆਰੀ ਕਰਨ ਤਾਂ ਕਿ ਹਰ ਰੋਜ਼ ਅਸੀਂ ਬਾਣੀ ਨਾਲ ਜੁੜਨ ਦਾ ਯਤਨ ਕਰੀਏ, ਮਨ ਨੂੰ ਬਾਣੀ ਦਾ ਰੂਪ ਬਣਾਈਏ। ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਨਦਰ ਕਰਨੀ ਭੂਲ ਛਿਮੋ ਹਮਰੀ ਪ੍ਰਭਾਪਨ, ਭੁਲਨਹਾਰ ਕਹਾਂ ਕੋ ਮੋਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।